ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਇਸ ਵੀਡੀਓ ਵਿੱਚ ਕੁਝ ਇੰਟਰਨੈਟ ਬਿਜ਼ਨਸ ਬਾਰੇ ਇਨਫੋਰਮੇਸ਼ਨ ਦੇਣਾ ਚਾਹੁੰਦਾ। ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਹੈ ਕਿ ਕੋਵਿਡ-19 ਜਾਂ ਜਿਹੜਾ ਕੋਰੋਨਾ ਵਾਇਰਸ ਫੈਲਿਆ, ਇਹਦੇ ਨਾਲ ਪੂਰੀ ਦੁਨੀਆ ਵਿੱਚ ਉਥਲ-ਪੁਥਲ ਹੋਈ ਵੀ ਹੈ ਅਤੇ ਫਾਈਨੈਂਸ਼ੀਅਲੀ ਬਹੁਤ ਲੋਸਿਸ ਹੋ ਰਹੇ ਹਨ। ਬਹੁਤ ਸਾਰੇ ਬਿਜ਼ਨਸਿਸ ਬੰਦ ਹੋ ਰਹੀਆਂ ਹੈ, ਉਹਨਾਂ ਨੂੰ ਬੜੇ ਘਾਟੇ ਪੈ ਰਹੇ ਹਨ ਅਤੇ ਉਹਨਾਂ ਕਾਰਨ ਜੋਬਾਂ ਵੀ ਬਹੁਤ ਜਾ ਰਹੀਆਂ। ਠੀਕ ਹੈ, ਆਲਮੋਸਟ ਇੱਦਾਂ ਦਾ ਅਸੀਂ ਪਹਿਲਾਂ ਹਿਸਟਰੀ ਵਿੱਚ ਕਦੀ ਨਹੀਂ ਦੇਖਿਆ। ਮੈਂ ਆਪਣੀ ਲਾਈਫ ਟਾਈਮ 'ਚ ਨਹੀਂ ਦੇਖਿਆ ਅਤੇ ਪਲੱਸ ਜਿਹੜੇ ਸਾਡੇ ਬਜ਼ੁਰਗ ਉਹਨਾਂ ਨੂੰ ਪੁੱਛਿਆ, ਉਹਨਾਂ ਨੇ ਵੀ ਕਦੀ ਆਪਣੀ ਲਾਈਫ ਟਾਈਮ 'ਚ ਇੱਦਾਂ ਦੀ ਸਿਚੁਏਸ਼ਨ ਨਹੀਂ ਦੇਖੀ। ਅਤੇ ਇਹ ਸਿਚੁਏਸ਼ਨ ਭਾਵੇਂ ਸਾਡੀ ਲਾਈਫ ਟਾਈਮ 'ਚ ਪਹਿਲੀ ਵਾਰੀ ਆਈ, ਪਰ ਇਹ ਇੱਕ ਅਲਰਟ ਹੈ ਕਿ ਇੱਦਾਂ ਦਾ ਫਿਊਚਰ ਵਿੱਚ ਵੀ ਕਦੀ ਵੀ ਹੋ ਸਕਦਾ। ਅਤੇ ਬੈਟਰ ਇਹ ਹੈ ਕਿ ਸਾਨੂੰ ਇਹ ਚੀਜ਼ਾਂ ਲਈ ਪ੍ਰਿਪੇਅਰ ਹੋ ਕੇ ਰਹਿਣਾ ਚਾਹੀਏ। ਅਤੇ ਮੈਂ ਇੰਟਰਨੈਟ ਬਿਜ਼ਨਸ ਬਾਰੇ ਕਿਉਂ ਗੱਲ ਕਰ ਰਿਹਾ। ਪਹਿਲੀ ਗੱਲ ਤਾਂ ਮੈਂ ਆਪਣੇ ਬਾਰੇ ਦੱਸਦਾ ਕਿ ਮੇਰਾ ਨਾਮ ਪ੍ਰੇਮਦੀਪ ਸਿੰਘ ਹੈ ਅਤੇ ਮੇਰਾ ਆਪਣਾ ਇੰਟਰਨੈਟ ਬਿਜ਼ਨਸ ਹੈ। ਅਤੇ ਉਹਦੇ ਤੋਂ ਇਲਾਵਾ ਮੈਂ ਪਾਰਟ ਟਾਈਮ ਇੱਕ ਏਅਰਲਾਈਨਸ 'ਚ ਵੀ ਕੰਮ ਕਰਦਾ ਅਤੇ ਮੇਰੇ ਹੋਰ ਵੀ ਛੋਟੇ ਮੋਟੇ ਪੈਸਿਵ ਇਨਕਮਸ ਹੈਗੀਆਂ। ਪੈਸਿਵ ਇਨਕਮਸ ਹੁੰਦੀਆਂ ਜਿਹੜੀਆਂ ਸਾਈਡ ਇਨਕਮ, ਜਿਹਦੇ 'ਤੇ ਤੁਸੀਂ ਫੁੱਲ ਟਾਈਮ ਨਹੀਂ ਕਰਦੇ, ਪਰ ਕਿਤੋਂ ਥੋੜ੍ਹਾ ਘੱਟ ਕਿਤੋਂ ਵੱਧ ਆ ਕੇ ਮਤਲਬ ਮਲਟੀ ਸਟਰੀਮ ਇਨਕਮ ਹੁੰਦੀ ਹੈ। ਡਿਫਰੈਂਟ ਸੋਰਸਿਸ ਹੁੰਦੇ ਆ ਇਨਕਮ ਦੇ। ਅਤੇ ਮੈਂ ਇੰਟਰਨੈਟ ਬਿਜ਼ਨਸ ਬਾਰੇ ਤਾਂ ਗੱਲ ਕਰ ਰਿਹਾ ਹੈਗਾ ਕਿ ਆਪਣੇ ਪੰਜਾਬੀ ਬੰਦੇ ਪਹਿਲੀ ਗੱਲ ਤਾਂ ਬਿਜ਼ਨਸਮੈਨ ਹੁੰਦੇ ਨਹੀਂ, ਘੱਟ ਹੁੰਦੇ ਕੰਪੇਅਰ ਟੂ ਹੋਰ ਕਮਿਊਨਿਟੀ, ਜਿਵੇਂ ਗੁਜਰਾਤੀ ਹੈ ਜਾਂ ਸਿੰਧੀ ਹੈ, ਜਾਂ ਉਹ ਹੈਗੇ ਬਿਜ਼ਨਸਮੈਨ। ਜਿਵੇਂ ਅਸੀਂ ਸਾਊਥ ਇੰਡੀਅਨ ਕਈ ਲਗਾਉਂਦੇ ਹਾਂ, ਉਹ IT ਵਗੈਰਾ 'ਚ ਜਾਂ ਮੈਡੀਕਲ ਪ੍ਰੋਫੈਸ਼ਨ 'ਚ ਬਹੁਤ ਆ। ਅਤੇ ਆਪਾਂ ਪੰਜਾਬੀ ਜਿਹੜੇ ਐਗਰੀਕਲਚਰਿਸਟ ਮੰਨੇ ਜਾਂਦੇ ਹਾਂ। ਸਾਡੀ ਜ਼ਮੀਨਾਂ ਵਗੈਰਾ ਕਿਤੇ ਨਾ ਕਿਤੇ ਅਸੀਂ ਡਾਇਰੈਕਟ ਇਨਡਾਇਰੈਕਟ ਅਸੀਂ ਖੇਤੀਬਾੜੀ ਨਾਲ ਜੁੜੇ ਹੋਏ ਹਾਂ। ਅਤੇ ਹੋਰ ਤਾਂ ਸਾਨੂੰ ਪਤਾ ਹੀ ਆ ਆਪਣੇ ਪੰਜਾਬ 'ਚ ਕੀ ਹਾਲਾਤ ਹੈਗੇ ਆ। ਸਰਕਾਰੀ ਤੌਰ 'ਤੇ ਕਿੰਨਾ ਕਰਜ਼ਾ ਚੜ੍ਹ ਰਿਹਾ, ਜੋਬਾਂ ਇੰਨੀ, ਫੈਕਟਰੀਆਂ ਸਾਰੀਆਂ ਹਿਮਾਚਲ ਜਾਂ ਹਰਿਆਣਾ ਇੱਧਰ ਮੂਵ ਹੋਈ ਜਾ ਰਹੀਆਂ। ਵੈਸੇ ਵੀ ਇੰਡਸਟਰੀ ਘਾਟੇ ਵਿੱਚ ਹੈ। ਅਤੇ ਓਵਰਆਲ ਇਹ ਸਾਰੀ ਸਿਚੁਏਸ਼ਨ ਤੋਂ ਸਾਨੂੰ ਇੱਕ ਸਬਕ ਲੈਣ ਦੀ ਇਹ ਲੋੜ ਹੈ ਕਿ ਅਸੀਂ ਉਸ ਇੱਕ ਸਪੈਸੀਫਿਕ ਪੈਟਰਨ 'ਤੇ ਨਾ ਤੁਰੀਏ। ਸਾਨੂੰ ਵੇਰੀਏਸ਼ਨ ਲਿਆਉਣਾ ਚਾਹੀਦਾ ਆਪਣੇ ਜਿਹੜੇ ਕਰੀਅਰ ਰਿਲੇਟਡ ਫਾਈਨੈਂਸ਼ੀਅਲ ਜਿਹੜੇ ਐਸੈਟ ਬਿਲਡਅਪ ਆਪਾਂ ਕਰਦੇ ਹਾਂ, ਜਾਂ ਆਪਾਂ ਕਰੀਅਰ ਵੀ ਚੂਜ਼ ਕਰਦੇ ਹਾਂ। ਆਪਾਂ ਕਿੱਦਾਂ ਦੀ ਇੱਕ ਸਪੈਸੀਫਿਕ ਤਰ੍ਹਾਂ ਦੇ ਕਰੀਅਰ ਹੀ ਚੂਜ਼ ਕਰਦੇ ਰਹਿੰਦੇ ਹਾਂ। ਮੈਜੋਰਟੀ ਆਫ ਟਾਈਮ ਜਦੋਂ ਆਪਾਂ 4 ਬੰਦਿਆਂ ਨੂੰ ਪੁੱਛਾਂਗੇ, ਕਿਸੇ ਗਰੁੱਪ ਨੂੰ ਵੀ ਭਾਵੇਂ ਪੁੱਛ ਲਓ, ਜੀ ਇੱਕ ਸਕੂਲ 'ਚ ਕਿਸੇ ਕਲਾਸ 'ਚ ਵੀ ਪੁੱਛ ਲਓ ਕਿ ਤੁਸੀਂ ਕੀ ਬਣਨਾ, ਉਹ ਬੜੀਆਂ ਸਪੈਸੀਫਿਕ ਹੀ ਜ਼ਿਆਦਾਤਰ ਚੀਜ਼ਾਂ ਦੱਸਣਗੇ। ਠੀਕ ਹੈ, ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ, ਹੋਰ ਓਪਸ਼ਨ ਹੈ ਹੀ ਨਹੀਂ। ਆਪਾਂ ਇੱਕ ਦੂਜੇ ਨੂੰ ਫੋਲੋ ਕਰਦੇ ਹਾਂ ਕਿ ਉਹ ਕੀ ਬਣ ਰਿਹਾ, ਮੈਂ ਬਣਨਾ ਉਹਦੇ ਵਿੱਚ, ਯਾਰ ਉਹ ਇਹ ਬਣਿਆ, ਉਹ ਪੈਸਾ ਕਮਾਉਂਦਾ, ਉਹ ਪੁਲਿਸ 'ਚ ਹੈਗਾ ਅਤੇ ਉਹ ਬੜਾ ਪੈਸਾ ਕਮਾਉਂਦਾ, ਜਾਂ ਮਤਲਬ ਇੱਦਾਂ, ਜਾਂ ਉਹ ਇੰਜੀਨੀਅਰ ਬਣ ਗਿਆ, ਉਹਦੀ ਵਧੀਆ ਜੋਬ ਲੱਗੀ ਆ, ਉਹੀ ਇੰਜੀਨੀਅਰ ਮੈਂ ਬਣਨਾ। ਇਹਦੇ ਪਿੱਛੇ ਇੱਕ ਰੀਜ਼ਨ ਇਹ ਵੀ ਹੁੰਦਾ ਕਿ ਆਪਾਂ ਨੂੰ ਗਾਈਡੈਂਸ ਮਿਲ ਜਾਂਦੀ ਹੈ, ਪਰ ਇਹ ਹੈ ਕਿ ਆਪਾਂ ਹੋਰ ਓਪਰਚੁਨਿਟੀਆਂ ਮਿਸ ਕਰ ਦਿੰਦੇ ਹਾਂ ਬਹੁਤ ਸਾਰੀਆਂ। ਅਤੇ ਮੈਂ ਇੰਟਰਨੈਟ ਬਿਜ਼ਨਸ ਬਾਰੇ ਮੈਂ ਤਾਂ ਗੱਲ ਕਰਨਾ ਚਾਹ ਰਿਹਾ ਕਿ ਪੰਜਾਬੀ ਬੰਦੇ ਤਾਂ ਇੰਟਰਨੈਟ ਬਿਜ਼ਨਸ 'ਚ ਮਿਲਣਗੇ ਹੀ ਨਹੀਂ, ਬਹੁਤ ਰੇਅਰ ਮਿਲਣਗੇ। ਅਤੇ ਮੈਨੂੰ ਲੱਗਦਾ ਕਿ ਹੁਣ ਇਹ ਜਿਵੇਂ ਕੋਵਿਡ-19 ਦੀ ਸਿਚੁਏਸ਼ਨ ਹੈ, ਇਹਦੇ ਵਿੱਚ ਇੰਟਰਨੈਟ ਬਿਜ਼ਨਸ ਇੱਕ ਬੈਟਰ ਹੋਪ ਹੈ। ਵੈਸੇ ਹੀ ਇੰਟਰਨੈਟ ਬਿਜ਼ਨਸ ਫਿਊਚਰ ਹੈ, ਕਿਉਂਕਿ ਹਰ ਕੰਪਨੀਆਂ ਜਿਹੜੀਆਂ, ਭਾਵੇਂ ਉਹਨਾਂ ਦੇ ਫਿਜ਼ੀਕਲੀ ਕੋਈ ਕੋਈ ਸਟੋਰ ਹੈ ਜਾਂ ਮਾਲ ਹੈਗੇ, ਉਹਨਾਂ ਦੇ ਔਨਲਾਈਨ ਵਰਜ਼ਨ ਵੀ ਬਣ ਗਿਆ। ਉਹ ਔਨਲਾਈਨ ਜਿਹਨੂੰ ਕਹਿੰਦੇ ਈ-ਕਮਰਸ, ਜਿਹੜੇ ਆਪਣੇ ਆਪਸ਼ਨ ਆ, ਉਹ ਉਹਨਾਂ ਨੇ ਉਹਦੇ ਵਿੱਚ ਵੀ ਆਪਣੇ ਆਪ ਨੂੰ ਅਜ਼ਮਾਉਣਾ ਸ਼ੁਰੂ ਕਰ ਦਿੱਤਾ ਅਤੇ ਉੱਧਰ ਨੂੰ ਟਰਾਂਸਫਰ ਬਹੁਤ ਸਾਰੀਆਂ ਸਰਵਿਸਿਜ਼ ਕਰ ਰਹੇ। ਉਹਨਾਂ ਨੂੰ ਪਤਾ ਕਿ ਫਿਊਚਰ ਵਿੱਚ ਕੀ ਹੈਗਾ। ਇਹ ਨਹੀਂ ਹੈਗਾ ਕਿ ਭਾਵੇਂ ਵਾਲਮਾਰਟ, ਹੁਣ ਮੈਂ ਕੈਨੇਡਾ ਵਿੱਚ ਹਾਂ ਅਤੇ ਮੈਂ ਅਮਰੀਕਾ ਵਿੱਚ ਵੀ ਕੁਛ ਸਾਲ ਰਿਹਾ, ਉੱਥੇ ਮੈਂ ਸਟੱਡੀ ਕੀਤੀ ਅਤੇ ਮੈਂ ਹੁਣ ਆਈ ਐਮ ਕੈਨੇਡੀਅਨ। ਅਤੇ ਮੈਂ ਕੈਨੇਡਾ ਵਿੱਚ ਜਿਵੇਂ ਵਾਲਮਾਰਟ ਕੰਪਨੀ ਹੈ, ਜਿਹੜੀਆਂ ਕਿ ਦੁਨੀਆ ਦੇ ਸਭ ਤੋਂ ਵੱਡੇ ਐਮਪਲੋਇਰ ਮੰਨੇ ਜਾਂਦੇ, ਸਭ ਤੋਂ ਜ਼ਿਆਦਾ ਹਾਇਰ ਕਰਦੇ ਸੀ। ਇਹਨਾਂ ਦੇ ਸਟੋਰ ਪੂਰੀ ਦੁਨੀਆ 'ਚ ਹੈਗੇ ਆ, ਪੂਰੇ ਨਾਰਥ ਅਮਰੀਕਾ ਵਿੱਚ ਹੈਗੇ। ਅਤੇ ਇਹਨਾਂ ਦੀ ਕੋਲੈਬੋਰੇਸ਼ਨ ਹੁਣ ਵੱਖਰੀਆਂ ਕੰਪਨੀਆਂ ਨਾਲ ਦੂਜੇ ਦੇਸ਼ਾਂ 'ਚ ਵੀ ਹੋ ਰਹੀਆਂ। ਅਤੇ ਇਹ ਇੰਨੀ ਇੰਪਲੋਇਮੈਂਟ ਜਨਰੇਟ, ਇਹਦੀ ਇੰਨੀ ਸੇਲ ਹੁੰਦੀ ਸੀਗੀ ਅਤੇ ਇੰਨਾ ਪੋਪੂਲਰ ਨੇਮ ਹੈ, ਅਤੇ ਇਹ ਵੀ ਹੁਣ ਔਨਲਾਈਨ ਸੇਲ ਵੱਲ ਟਰਾਂਸਫਰ ਹੋ ਰਹੇ। ਅਤੇ ਜੇ ਤੁਸੀਂ ਇੱਕ ਹੋਰ ਕਲੂ ਸਭ ਤੋਂ ਵੱਡਾ, ਸਪੈਸ਼ਲੀ ਕੋਵਿਡ-19 ਦੀ ਜਿਹੜੀ ਸਿਚੁਏਸ਼ਨ ਹੈ, ਇਹ ਸਾਰਾ ਹੋ ਰਿਹਾ, ਇਹਦੇ ਵਿੱਚ ਇੱਕ ਹੋਰ ਕਲੂ ਸਭ ਤੋਂ ਵੱਡਾ ਇਹ ਹੈ ਕਿ ਜਿਵੇਂ ਪੂਰੀ ਦੁਨੀਆ ਦੀਆਂ ਕੰਪਨੀਆਂ ਆਲਮੋਸਟ ਘਾਟੇ ਵਿੱਚ ਜਾ ਰਹੀਆਂ। ਠੀਕ ਹੈ, ਮੈਂ ਏਅਰਲਾਈਨ ਇੰਡਸਟਰੀ ਨਾਲ ਉਹ ਵੀ ਘਾਟੇ 'ਚ ਡੈਫੀਨੇਟਲੀ, ਅਤੇ ਸਾਰੀਆਂ ਇੰਡਸਟਰੀ ਬਿਜ਼ਨਸਿਸ ਬੰਦ ਹੈ। ਪਰ ਇੱਕ ਕੰਪਨੀ ਜਾਂ ਕੁਛ ਕੰਪਨੀਆਂ ਹੈ ਜਿਹੜੀਆਂ ਪ੍ਰੋਫਿਟ ਕਮਾ ਰਹੀਆਂ, ਉਹਨਾਂ ਦੇ ਸ਼ੇਅਰ ਵੀ ਵੱਧ ਰਹੇ ਹੈ। ਉਹਨਾਂ 'ਚ ਇੱਕ ਹੈਗੀ ਐਮਾਜ਼ਨ ਕੰਪਨੀ, ਇੰਟਰਨੈਟ 'ਤੇ ਡਿਪੈਂਡ ਹੈ, ਇੰਟਰਨੈਟ ਸੇਲ। ਜਦੋਂ ਲੋਕ ਅਸੀਂ ਬਾਹਰ ਨਹੀਂ ਨਿਕਲ ਜਾ ਰਹੇ, ਸਾਰਾ ਕੁਛ ਲੋਕਡਾਊਨ ਹੈ, ਕੋਈ ਲਾਈਨਾਂ 'ਚ ਨਹੀਂ ਲੱਗ ਰਿਹਾ, ਸੋਸ਼ਲ ਡਿਸਟੈਂਸਿੰਗ ਮੇਨਟੇਨ ਕਰਨੀ ਪੈ ਰਹੀ ਹੈ, ਕਿੰਨੀ ਕ੍ਰਿਟੀਕਲ ਸਿਚੁਏਸ਼ਨ ਹੈ, ਅਤੇ ਉਦੋਂ ਹਰ ਕੋਈ ਪ੍ਰੈਫਰ ਕਰ ਰਿਹਾ ਕਿ ਔਨਲਾਈਨ ਔਡਰ ਕਰੀਏ। ਅਤੇ ਦੂਜੀ ਚੀਜ਼ ਇਹ ਹੈ ਕਿ ਔਨਲਾਈਨ ਉਹਨਾਂ ਨੂੰ ਚੋਇਸਿਸ ਬਹੁਤ ਮਿਲਦੀਆਂ, ਆਪਸ਼ਨ ਮਿਲਦੇ ਆ। ਇਹ ਨਹੀਂ ਕਿ ਤੁਸੀਂ ਇੱਕ ਜਗ੍ਹਾ 'ਤੇ ਗਏ, 2 ਜਗ੍ਹਾ 'ਤੇ ਗਏ, ਉਹਨਾਂ ਦੇ ਜਿਹੜੇ ਪ੍ਰਾਈਸ ਆਪਸ 'ਚ ਕੰਪੇਅਰ ਕਰਕੇ ਲੈ ਲਿਆ।
ਤੁਹਾਡੇ ਕੋਲ ਕਈ ਤੁਸੀਂ ਹੰਡਰਡਸ ਆਫ ਪ੍ਰਾਈਸ ਕੰਪੇਅਰ ਕਰ ਸਕਦੇ ਹੋ, ਤੁਹਾਡੇ ਕੋਲ ਚੋਇਸਿਸ ਹੁੰਦੀਆਂ, ਡਿਲੀਵਰੀ ਫ੍ਰੀ ਮਿਲ ਜਾਂਦੀ ਹੈਗੀ ਆ, ਅਤੇ ਹੁਣ ਤਾਂ ਸੇਮ ਡੇ ਡਿਲੀਵਰੀ ਦੇ ਵੀ ਆਪਸ਼ਨ ਸ਼ੁਰੂ ਹੋ ਗਿਆ। ਅਤੇ ਕਹਿਣ ਦਾ ਮਤਲਬ ਹੈਗਾ ਕਿ ਇੰਟਰਨੈਟ ਬਿਜ਼ਨਸ ਅੱਗੇ ਗਰੋ ਹੀ ਕਰ ਰਿਹਾ। ਵੱਡੀਆਂ ਵੱਡੀਆਂ ਕੰਪਨੀਆਂ ਜਿਨ੍ਹਾਂ ਕੋਲ ਸਾਰੀ ਦੁਨੀਆ ਦੇ ਰਿਸੋਰਸਿਸ ਡਾਟਾ ਹੁੰਦਾ, ਉਹ ਵੀ ਅੱਗੇ ਫਿਊਚਰ ਦੇਖਣਾ ਉਹਨਾਂ ਲਈ ਈਜ਼ੀ ਹੁੰਦਾ, ਉਹ ਵੀ ਇੰਟਰਨੈਟ ਵੱਲ ਮੂਵ ਹੋ ਰਹੀਆਂ ਕਿ ਇੰਟਰਨੈਟ 'ਤੇ ਵੀ ਉਹਨਾਂ ਦੀ ਐਸਟੈਬਲਿਸ਼ਮੈਂਟ ਹੋਣੀ ਚਾਹੀਦੀ, ਇੰਟਰਨੈਟ 'ਤੇ ਉਹਨਾਂ ਦੀ ਕੁਛ ਹੋਣਾ ਚਾਹੀਦਾ ਜਿੱਥੋਂ ਇੰਟਰਨੈਟ 'ਤੇ ਸਰਵਿਸ ਪ੍ਰੋਵਾਈਡ ਕਰ ਸਕਣ। ਠੀਕ ਹੈ, ਹੁਣ ਇਸ ਚੀਜ਼ ਤੋਂ ਤੁਸੀਂ ਸਮਝ ਸਕਦੇ ਹੋ ਮੈਂ ਇੱਕ ਵੱਡੇ ਵੱਡੇ ਮੇਜਰ ਟੋਪਿਕ ਮੇਜਰ ਲੈਵਲ 'ਤੇ ਮੈਂ ਡਿਸਕਸ ਕਰ ਰਿਹਾ, ਪਰ ਇਹਨਾਂ ਨੂੰ ਅਸੀਂ ਡੀਪ ਮੈਂ ਹੋਰ ਕਿਸੇ ਵੀਡੀਓ ਵਿੱਚ ਡਿਸਕਸ ਕਰੂੰਗਾ। ਪਰ ਜਿਹੜਾ ਮੇਨ ਕਨਸੈਪਟ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਕਿ ਹੁਣ ਇਹ ਟਾਈਮ ਆ ਗਿਆ ਕਿ ਆਪਾਂ ਪੰਜਾਬੀਆਂ ਨੂੰ ਇੰਟਰਨੈਟ ਬਿਜ਼ਨਸ ਵੱਲ ਵੀ ਧਿਆਨ ਦੇਣਾ ਚਾਹੀਦਾ। ਹੁਣ ਇਹ ਗੱਲ ਹੈ ਕਿ ਇੰਟਰਨੈਟ ਬਿਜ਼ਨਸ ਵੱਲ ਚਲੋ ਤੁਸੀਂ ਧਿਆਨ ਦਿੰਦੇ ਆ, ਤੁਸੀਂ ਇੰਟਰਸਟ ਵੀ ਸ਼ੋਅ ਕਰਦੇ ਆ ਕਿ ਓਕੇ ਯਾਰ ਕਰਨਾ, ਪਰ ਇਹ ਕਰਨਾ ਕੀ ਕਰਨਾ, ਕਿੱਦਾਂ ਕਰਨਾ, ਅਤੇ ਪੈਸੇ ਕਿੱਥੋਂ ਆਉਣਗੇ ਇੰਨੇ, ਜਾਂ ਮਤਲਬ ਇਹ ਕਿੱਦਾਂ ਸਾਰਾ ਕੁਛ ਪੋਸੀਬਲ ਹੋਏਗਾ। ਇਹਦੇ ਵਾਸਤੇ ਮੈਂ ਇਹ ਚੀਜ਼ ਕਹਿਣਾ ਚਾਹੁੰਦਾ ਕਿ ਪਹਿਲੀ ਗੱਲ ਤਾਂ ਇੰਟਰਨੈਟ ਬਿਜ਼ਨਸ 'ਤੇ ਪੈਸਾ ਬਹੁਤ ਘੱਟ ਲੱਗਦਾ। ਠੀਕ ਹੈ, ਤੁਸੀਂ ਕੁਛ ਹੰਡਰਡਸ ਰੁਪਈਆਂ ਵਿੱਚ ਤੁਸੀਂ ਆਪਣਾ ਬਿਜ਼ਨਸ ਸਟਾਰਟ ਕਰ ਸਕਦੇ ਹੋ। ਦੂਜੀ ਚੀਜ਼, ਕਿਉਂਕਿ ਇਹ ਚੀਪ ਹੈ, ਠੀਕ ਹੈ, ਅਤੇ ਤੁਸੀਂ ਇੱਦਾਂ ਦੇ ਮਲਟੀਪਲ ਐਕਸਪੈਰੀਮੈਂਟ ਕਰ ਸਕਦੇ ਹੋ ਜਿਹੜੇ ਹੋਰ ਬਿਜ਼ਨਸ ਵਿੱਚ ਤੁਸੀਂ ਐਕਸਪੈਰੀਮੈਂਟ ਨਹੀਂ ਕਰ ਸਕਦੇ। ਤੁਸੀਂ ਮੰਨ ਲਓ ਕਿ ਜੇ ਇੰਟਰਨੈਟ 'ਤੇ ਤੁਸੀਂ ਇੱਕ ਸਰਵਿਸ ਲਾਂਚ ਕੀਤੀ ਹੈ, ਅਤੇ ਉਹਦੇ ਤੋਂ ਤੁਸੀਂ ਚੱਲ ਸਿੱਖ ਰਹੀਆਂ ਕਰ ਰਹੇ ਆ, ਜੇ ਉਹ ਕੱਲ੍ਹ ਨੂੰ ਨਹੀਂ ਚੱਲਦੀ ਅਤੇ ਕੀ ਕੁਛ 100 200 300 400 500 ਚੱਲ ਜਾਣਗੇ, 1000 ਚੱਲ ਜਾਏਗਾ ਰੁਪਇਆ। ਪਰ ਉਹਦੀ ਜਗ੍ਹਾ ਜੇ ਤੁਸੀਂ ਲੈਟਸ ਸੇ ਸ਼ੋਪ ਓਪਨ ਕਰਦੇ ਹੋ ਜਿਹਦੇ 2-4 ਲੱਖ ਰੁਪਇਆ ਲੱਗ ਜਾਂਦਾ, ਜੇ ਨੋਰਮਲ ਮਿਨੀਮਮ ਕਿਤੇ ਬਾਹਰਲੇ ਏਰੀਏ ਵਿੱਚ ਅਸੀਂ ਸ਼ੋਪ ਓਪਨ ਕਰਨੀ ਹੈ ਕੋਈ ਛੋਟੀ ਜਿਹੀ, ਪਰ ਜੇ ਉਹਦੀ ਜਗ੍ਹਾ ਤੁਸੀਂ ਕਿਸੇ ਮੇਨ ਸ਼ਹਿਰ ਵਿੱਚ, ਸ਼ਹਿਰ ਦੀ ਮੇਨ ਮਾਰਕੀਟ ਵਿੱਚ ਕਰਨਾ, ਅਤੇ ਉਹਦੇ ਕਰੋੜਾਂ ਰੁਪਏ ਵੀ ਲੱਗ ਜਾਂਦੇ ਆ ਵੱਡੇ ਵੱਡੇ ਉਹਦੇ ਵਿੱਚ ਦੁਕਾਨ ਖੋਲ੍ਹਣ ਲਈ ਕਰੋੜਾਂ ਰੁਪਏ ਦੀਆਂ ਦੁਕਾਨਾਂ ਹੀ ਆਉਂਦੀਆਂ। ਠੀਕ ਹੈ, ਅਤੇ ਇਹ ਫਿਜ਼ੀਕਲ ਬਿਜ਼ਨਸ ਤਾਂ ਉਹਦੇ ਤੁਸੀਂ ਐਕਸਪੈਰੀਮੈਂਟ ਨਹੀਂ ਕਰ ਸਕਦੇ, ਪਰ ਇਹਦੇ ਵਿੱਚ ਐਕਸਪੈਰੀਮੈਂਟ ਕਰ ਸਕਦੇ ਆ, ਭਾਵੇਂ ਇਟ ਡਜ਼ਨਟ ਮੈਟਰ ਤੁਸੀਂ ਅਮਰੀਕਾ ਜਾਂ ਕੈਨੇਡਾ ਜਾਂ ਤੁਸੀਂ ਕਿਤੇ ਅਫਗਾਨਿਸਤਾਨ 'ਚ ਬੈਠੇ ਆ, ਪਾਕਿਸਤਾਨ ਤੋਂ ਕਰ ਰਹੇ ਆ, ਕਿੱਥੋਂ ਕਰ ਰਹੇ ਆ, ਪਰ ਉਹ ਜਿਹੜਾ ਤੁਹਾਡਾ ਪੈਸੇ ਤਕਰੀਬਨ ਉਨੇ ਹੀ ਲੱਗਣੇ ਆ। ਤੁਹਾਡਾ ਡੋਮੇਨ ਪ੍ਰਾਈਸ ਹੈ, ਜਿਹੜਾ ਲੀਜ਼ ਡੋਮੇਨ ਤੁਸੀਂ ਖਰੀਦਣਾ ਹੈਗਾ, ਸਾਲ ਦੀ ਉਹਦੀ $10-12 ਫੀਸ ਹੁੰਦੀ ਹੈ, ਪਲੱਸ ਵੈਬਸਾਈਟ ਨੂੰ ਚਲਾਉਣ ਵਾਸਤੇ ਜਿਹੜਾ ਇੱਕ ਸਰਵਰ ਲੈਣਾ, ਉਹਦੀ ਕੋਈ ਮੰਥਲੀ ਥੋੜ੍ਹੀ ਜਿਹੀ ਫੀਸ ਹੁੰਦੀ, ਜਾਂ ਐਨੂਅਲੀ ਪੇ ਕਰਦੇ ਲਮਸਮ, ਦੈਟਸ ਇਟ, ਇਹ ਹੁੰਦਾ। ਉਸ ਤੋਂ ਬਾਅਦ ਜਦੋਂ ਬਿਜ਼ਨਸ ਦੀ ਮੈਂ ਗੱਲ ਕਰਦਾ, ਥੋੜ੍ਹੀ ਬਹੁਤੀ ਸਕਿੱਲ ਤੁਸੀਂ ਟਾਈਮ ਦੇ ਨਾਲ ਸਿੱਖਦੇ ਆ, ਜਿਹੜਾ ਇੱਕ ਵਾਰੀ ਸਿੱਖ ਲੈਂਦੇ ਆ ਉਹ ਬਾਰ-ਬਾਰ ਮਲਟੀਪਲ ਟਾਈਮ ਤੁਸੀਂ ਹਮੇਸ਼ਾ ਹੀ ਉਹ ਯੂਜ਼ ਕਰਦੇ ਰਹਿੰਦੇ ਆ। ਠੀਕ ਹੈ, ਜਿਵੇਂ ਮੈਂ ਇੱਕ ਸਿੰਪਲ ਮੈਂ ਵੈਬਸਾਈਟ ਬਣਾ ਲੈਂਦਾ, ਪਰ ਮੈਂ ਕੋਈ ਵੈਬਸਾਈਟ ਬਣਾਉਣ 'ਚ ਐਕਸਪਰਟ ਨਹੀਂ ਹਾਂ। ਹੁਣ ਡਰੈਗ ਐਂਡ ਡਰੋਪ ਦੇ ਇੱਦਾਂ ਦੇ ਟੂਲ ਆਏ ਹੋਏ ਆ, ਬੜੇ ਈਜ਼ੀ ਹੈ, ਜਿਨ੍ਹਾਂ 'ਤੇ ਥੋੜ੍ਹੀ ਜਿਹੀ ਮਿਹਨਤ ਕਰਕੇ ਆਪਾਂ ਮਾੜਾ ਜਿਹਾ ਸਿੱਖ ਲਈਏ ਅਤੇ ਬਸ ਅਸੀਂ ਜਿੱਦਾਂ ਦੀ ਮਰਜ਼ੀ ਵੈਬਸਾਈਟ ਕ੍ਰੀਏਟ ਕਰ ਸਕੀਏ। ਜਦੋਂ ਅਸੀਂ ਆਪ ਵੈਬਸਾਈਟ ਕ੍ਰੀਏਟ ਕਰਨੀ ਸ਼ੁਰੂ ਕਰਤੀ, ਅਤੇ ਹੈ ਕੀ ਖਰਚਾ ਕੀ, ਇੱਕ ਡੋਮੇਨ ਲਿਆ ਅਤੇ ਉਹ ਲਿੱਤਾ ਅਸੀਂ ਨਵਾਂ, ਹਰ ਵਾਰੀ ਭਾਵੇਂ ਤੁਸੀਂ ਦਿਨ 'ਚ 10 ਬਿਜ਼ਨਸ ਲਾਂਚ ਕਰ ਦਿਓ, ਜਿੱਦਾਂ ਮਰਜ਼ੀ, ਜਿੱਦਾਂ ਦੇ ਵੀ ਆਈਡੀਆਜ਼ ਹੈਗੇ। ਹੁਣ ਮੈਂ ਘੱਟੋ ਘੱਟ 50 ਤੋਂ ਵੱਧ ਵੈਬਸਾਈਟਸ ਬਣਾ ਚੁੱਕਾ, ਕੁਛ ਮੈਂ ਆਪਣੀਆਂ ਬਣਾਈਆਂ, ਕੁਛ ਕਿਸੇ ਨੂੰ ਵੀ ਬਣਾ ਕੇ ਦਿੱਤੀਆਂ, ਆਪਣੇ ਦੋਸਤ ਯਾਰਾਂ ਨੂੰ ਵੀ ਬਣਾ ਕੇ ਦਿੱਤੀਆਂ, ਜਾਂ ਕਿਸੇ ਨੇ ਕੋਈ ਸਰਵਿਸ ਲੈਣੀ ਚਾਹੀ। ਹੁਣ ਜਿਹੜੇ ਮੇਰੀ ਆਪਣੀਆਂ 20-25 ਵੈਬਸਾਈਟਸ ਹੈਗੀਆਂ ਡਿਫਰੈਂਟ ਬਿਜ਼ਨਸ ਦੀਆਂ, ਬਿਜ਼ਨਸ ਸਰਵਿਸਿਜ਼ ਦੀਆਂ, ਅਤੇ ਉਹ ਸਾਰੀਆਂ ਪੈਸੇ ਨਹੀਂ ਕਮਾਉਂਦੀਆਂ, ਪਰ ਉਹ ਸਾਰੀਆਂ 'ਤੇ ਖਰਚਾ ਕਿੰਨਾ, $200-400 ਸਾਲ ਦਾ ਹੋ ਗਿਆ ਹੋਣਾ। ਪਰ ਮੈਂ ਇੱਦਾਂ ਦਾ ਵੀ ਟਾਈਮ ਆਇਆ ਕਿ ਮੈਂ ਇੱਕ ਦਿਨ ਵਿੱਚ $500-700 ਕਮਾ ਲਿਆ ਹੈ, ਉਹਦੇ ਵਿੱਚੋਂ ਈਜ਼ੀਲੀ ਮੈਂ ਕਮਾਇਆ, ਕੋਈ ਐਡੀ ਵੱਡੀ ਗੱਲ ਨਹੀਂ ਹੈਗੀ ਇਹਦੇ ਤੋਂ ਕਮਾਉਣਾ। ਵੰਸ ਜਦੋਂ ਤੁਹਾਡਾ ਇੱਕ ਵਾਰੀ ਇੰਟਰਨੈਟ ਬਿਜ਼ਨਸ ਚੱਲ ਪਿਆ, ਤੁਹਾਨੂੰ ਬੇਸਿਕ ਕਨਸੈਪਟ ਆ ਗਏ, ਤੁਸੀਂ ਉਹਦੇ 'ਤੇ ਥੋੜ੍ਹੇ ਬਹੁਤੇ ਐਫਰਟ ਕੀਤੇ ਹਲਕੇ ਫੁਲਕੇ, ਠੀਕ ਹੈ ਨਾ, ਆਪਣੇ ਟਾਈਮ ਅਕੋਰਡਿੰਗ, ਅਤੇ ਤੁਸੀਂ ਉਹਦੇ ਤੋਂ ਬਹੁਤ ਪੈਸਾ ਕਮਾ ਸਕਦੇ। ਠੀਕ ਹੈ, ਹੁਣ ਗੱਲ ਇਹ ਹੈ ਕਿ ਜਦੋਂ ਮੈਂ ਇੰਟਰਨੈਟ ਬਿਜ਼ਨਸ ਦੀ ਗੱਲ ਕਰ ਰਿਹਾ ਨਾ, ਮੈਂ ਉਹਦੇ ਵਿੱਚ ਇੰਟਰਨੈਟ ਬਿਜ਼ਨਸ ਦੀ ਮੈਂ ਉਹ ਬੰਦਿਆਂ ਦੀ ਫੇਕ ਬੰਦਿਆਂ ਦੀ ਗੱਲ ਨਹੀਂ ਕਰ ਰਿਹਾ। ਜਦੋਂ ਤੁਸੀਂ ਖੋਲ੍ਹਦੇ ਆ, ਕਈ ਵਾਰੀ ਤੁਹਾਨੂੰ YouTube 'ਤੇ ਐਡਵਰਟਾਈਜ਼ਮੈਂਟ ਆਉਂਦੀ ਹੈ, ਤੁਸੀਂ ਮੈਂ ਹੰਡਰਡਸ ਆਫ ਮਿਲੀਅਨ ਦੀ ਸੇਲ ਕਰ ਲਈ ਹੈ, ਤੁਸੀਂ ਮੈਨੂੰ ਜੁਆਇਨ ਕਰੋ, ਮੈਂ ਫ੍ਰੀ ਤੁਹਾਨੂੰ ਕੋਰਸ ਕਰਵਾਉਣਾ। ਅਸਲ ਵਿੱਚ ਉਹ ਫ੍ਰੀ ਕੋਰਸ ਨਹੀਂ ਹੁੰਦਾ, ਉਹ ਇੱਕ ਵੈਬੀਨਾਰ, ਮਤਲਬ ਆਪਣੇ ਪ੍ਰੋਡਕਟ ਦੀ ਥੋੜ੍ਹੀ ਬਹੁਤੀ ਇਨਫੋਰਮੇਸ਼ਨ ਦੇ ਕੇ ਆਪਣੇ ਪ੍ਰੋਡਕਟ ਦੀ ਐਡਵਰਟਾਈਜ਼ਮੈਂਟ ਕਰਦੇ ਆ ਕਿ ਆਹ ਚੀਜ਼ਾਂ ਹੋ ਸਕਦੀਆਂ, ਪਹਿਲਾਂ ਤੁਹਾਨੂੰ ਪੋਸੀਬਿਲਿਟੀ ਦਿਖਾਉਂਦੇ ਆ, ਉਸ ਤੋਂ ਬਾਅਦ ਉਹ ਕਹਿੰਦੇ ਆ ਤੁਸੀਂ ਆਹ ਕੋਰਸ ਜੁਆਇਨ ਕਰੋ, ਜਿਹੜਾ $200-400-500 ਜਾਂ $1000 ਲੈ ਕੇ, ਅਤੇ ਤੁਹਾਨੂੰ ਹੋਰ ਡਿਟੇਲ ਵਿੱਚ ਉਹ ਟੂਲਸ ਵਗੈਰਾ ਉਹ ਚੀਜ਼ਾਂ ਦੱਸਣਗੇ। ਠੀਕ ਹੈ, ਬੇਸਿਕਲੀ ਉਹਨਾਂ ਦੀ ਇਨਕਮ ਵੀ ਉਹਦੇ 'ਤੇ ਡਿਪੈਂਡ। ਮੈਂ ਉਹ ਬੰਦਿਆਂ ਦੀ ਗੱਲ ਨਹੀਂ ਕਰ ਰਿਹਾ, ਉਹਦੇ ਵਿੱਚ ਪੈਸਾ ਕਮਾਉਂਦੇ ਆ, ਇਹ ਨਹੀਂ ਮੈਂ ਕਹਿੰਦਾ ਪੈਸੇ ਨਹੀਂ ਕਮਾਉਂਦੇ, ਬਟ ਮੈਂ ਤੁਹਾਨੂੰ ਹੋਰ ਓਥੈਂਟਿਕ ਬਿਜ਼ਨਸ, ਮੈਂ ਦੂਜਿਆਂ ਨੂੰ ਬੇਵਕੂਫ ਬਣਾ ਕੇ ਉਹੀ ਇਨਫੋਰਮੇਸ਼ਨ ਸੈੱਲ ਕਰਨ ਦੀ ਗੱਲ ਨਹੀਂ ਕਰ ਰਿਹਾ, ਕਿਉਂਕਿ ਇਹ ਇਨਫੋਰਮੇਸ਼ਨ
ਸਾਨੂੰ ਲੱਗਦਾ ਜਦੋਂ ਕੋਈ ਬੰਦਾ ਬੈਠ ਕੇ ਸਾਨੂੰ ਦੱਸਦਾ ਪਿਆ ਤੇ ਸਾਨੂੰ ਉਹ ਲੱਗਦਾ ਕਿ ਆਥੈਂਟਿਕ ਹੈ, ਉਹ ਸਾਨੂੰ ਲੱਗਦਾ ਕਿ ਰੀਅਲ ਆ, ਉਹ ਸਾਡੀ ਜ਼ਿਆਦਾ ਹੈਲਪ ਕਰੇਗਾ। ਪਰ ਇਹ ਸਾਰੀ ਇਨਫੋਰਮੇਸ਼ਨ ਇੰਟਰਨੈਟ 'ਤੇ ਆਲਰੇਡੀ ਪਈ ਹੈ, ਵੀਡੀਓਜ਼ 'ਚ ਪਈ ਹੈ, ਵੱਖਰੇ ਵੱਖਰੇ ਸੋਰਸਿਸ 'ਚ ਪਈ ਹੈ। ਜੇ ਤੁਹਾਨੂੰ ਚਾਹੀਦੀ ਹੈ ਤੁਸੀਂ, ਮੈਂ ਵੀ ਤੁਹਾਨੂੰ ਪ੍ਰੋਵਾਈਡ ਕਰ ਸਕਦਾ। ਤੁਸੀਂ ਮੇਰੇ ਕਮੈਂਟ ਕਰਕੇ ਮੈਨੂੰ ਪੁੱਛ ਸਕਦੇ ਹੋ, ਮੈਨੂੰ ਕੰਟੈਕਟ ਕਰਕੇ ਕਿ ਕੀ ਕਰੀਏ। ਤੁਸੀਂ ਆਪਣਾ ਬਿਜ਼ਨਸ ਆਈਡੀਆ ਮੇਰੇ ਨਾਲ ਡਿਸਕਸ ਕਰ ਸਕਦੇ ਹੋ। ਜੇ ਤੁਹਾਡੇ ਦਿਮਾਗ 'ਚ ਕੁਛ ਹੈ, ਮੈਂ ਉਹਦੇ ਬਾਰੇ ਤੁਹਾਡੇ ਆਪਣੇ ਵਿਊ ਦੇ ਸਕਦਾ। ਉਸ ਤੋਂ ਬਾਅਦ ਤੁਹਾਨੂੰ ਕੋਈ ਇੰਟਰਸਟ ਹੋਵੇ ਤੁਸੀਂ ਕਰ ਸਕਦੇ ਹੋ, ਜੇ ਨਹੀਂ ਇੰਟਰਸਟ ਤਾਂ ਕੋਈ ਨੁਕਸਾਨ ਤਾਂ ਕੋਈ ਨਹੀਂ ਹੈ। ਇੱਕ ਨਵੀਂ ਫੀਲਡ ਦੀ ਸਾਨੂੰ ਨੌਲੇਜ ਮਿਲ ਰਹੀ ਹੈ, ਕਿਉਂਕਿ ਇਹ ਫਿਊਚਰ ਹੈ। ਠੀਕ ਹੈ, ਅਤੇ ਫਿਊਚਰ ਹੈਗਾ। ਅਤੇ ਇਹਦੇ ਵਿੱਚ ਹੁਣ ਇਹਦੇ ਵਿੱਚ ਮੈਂ ਕੁਛ ਥੋੜ੍ਹੇ ਬਹੁਤੇ ਇੰਟਰਨੈਟ ਬਿਜ਼ਨਸ ਦੇ ਡਾਇਰੈਕਟ ਫਾਇਦੇ ਮੈਂ ਕੁਛ ਗਿਣਾਏ ਆ, ਕੁਛ ਮੈਂ ਹੋਰ ਦੱਸਣਾ ਚਾਹੁੰਦਾ। ਮੈਂ ਕੁਛ ਲਿਖੇ ਸੀ, ਇੱਕ ਸੀਰੀਜ਼ ਵਾਈਜ਼ ਲਿਖੇ ਹੋਏ ਸੀ। ਇਹਦੇ ਵਿੱਚ ਹੈਗਾ, ਫਸਟ ਥਿੰਗ ਹੈਗਾ ਕਿ ਫਰੀਡਮ ਆਫ ਟਾਈਮ। ਫਰੀਡਮ ਆਫ ਟਾਈਮ, ਠੀਕ ਹੈ। ਫਰੀਡਮ ਆਫ ਟਾਈਮ ਇੱਦਾਂ ਕਿ ਤੁਸੀਂ ਇਹਦੇ ਵਿੱਚ ਕੋਈ ਇਹ 9 to 5 ਵਾਲੀ ਜੋਬ ਨਹੀਂ ਹੈਗੀ ਕਿ ਤੁਸੀਂ ਸਵੇਰੇ 9 ਵਜੇ ਉੱਥੇ ਪਹੁੰਚਣਾ ਹੀ ਹੈ ਅਤੇ ਸ਼ਾਮ ਨੂੰ 5 ਵਜੇ ਛੁੱਟੀ ਹੋਣੀ ਹੈ ਅਤੇ ਦੂਜੇ ਦਿਨ ਫਿਰ ਜਾਣਾ। ਉੱਥੋਂ ਨਿਕਲਣ ਲਈ ਤੁਹਾਨੂੰ 8 ਵਜੇ ਘਰੋਂ ਨਿਕਲਣਾ ਪੈਣਾ, 8 ਵਜੇ ਘਰੋਂ ਨਿਕਲਣ ਲਈ ਤੁਹਾਨੂੰ 7 ਵਜੇ ਉੱਠਣਾ ਪੈਣਾ ਜਾਂ 6 ਵਜੇ ਉੱਠਣਾ ਪੈਣਾ। ਇੱਦਾਂ ਨਹੀਂ ਹੈ 5 ਦਿਨ ਕੰਮ ਕਰਨਾ, 6 ਦਿਨ ਕਰਨਾ ਜਾਂ 4 ਦਿਨ ਕਰਨਾ। ਇਹਦੇ ਵਿੱਚ ਤੁਸੀਂ ਆਪਣੇ ਹਿਸਾਬ ਨਾਲ ਆਪਣਾ ਟਾਈਮ ਚੂਜ਼ ਕਰ ਸਕਦੇ ਹੋ। ਤੁਸੀਂ 24 ਘੰਟੇ 'ਚ ਘੰਟਾ ਕਰਨਾ, 2 ਘੰਟੇ ਕਰਨੇ, ਜੇ 5 ਦੇ 5 ਘੰਟੇ ਕਰਨੇ ਆ, ਜਾਂ ਤੁਸੀਂ ਇੱਕ ਦਿਨ ਛੱਡ ਕੇ ਕੰਮ ਕਰਨੇ ਆ, ਜਾਂ ਵੀਕਲੀ ਵਨਸ ਇਨ ਆ ਵੀਕ ਕਰਨੀ, ਇਹ ਕਿੱਦਾਂ ਕਰ ਸਕਦੇ ਹੋ। ਇਹ ਹੈਗਾ ਤੁਹਾਡਾ ਫਰੀਡਮ ਆਫ ਟਾਈਮ। ਤੁਸੀਂ ਆਪਣੀਆਂ ਪ੍ਰਾਇਰਟੀਜ਼ ਦੇਖ ਕੇ ਤੁਸੀਂ ਹੋਰ ਕੰਮ ਵੀ ਕਰ ਸਕਦੇ। ਮੰਨ ਲਓ ਤੁਹਾਡੇ ਕੋਈ ਕਰੀਅਰ ਹੈ, ਕੋਈ ਜੋਬ ਹੈ, ਤੁਹਾਡੀ ਬੈਂਕਿੰਗ ਜੋਬ ਹੈ, ਜਾਂ ਕੋਈ ਵੀ ਜੋਬ ਹੈ, ਜਾਂ ਕੋਈ ਬਿਜ਼ਨਸ ਹੈ। ਪਲੱਸ ਤੁਸੀਂ ਇਹ ਵੀ ਕਰ ਸਕਦੇ ਆਪਣਾ ਟਾਈਮ ਦੇਖ ਕੇ। ਇਹਦੀ ਕੋਈ ਸਪੈਸੀਫਿਕ ਟਾਈਮ ਨਹੀਂ ਹੈਗਾ, ਠੀਕ ਹੈ। ਦੂਜੀ ਚੀਜ਼ ਫਰੀਡਮ ਆਫ ਟਾਈਮ, ਕਿ ਇਹਦੇ ਵਿੱਚ ਤੁਹਾਡੇ ਕੋਲ ਫਲੈਕਸੀਬਿਲਿਟੀ ਇੰਨੀ ਮਿਲ ਜਾਂਦੀ ਹੈਗੀ ਹੈ ਕਿ ਤੁਸੀਂ ਇਹਦੇ 'ਤੇ ਆਪਣੇ ਹਿਸਾਬ ਨਾਲ ਟਾਈਮ ਐਡਜਸਟ ਕਰਕੇ, ਪਲੱਸ ਹੋਰ ਜਿਹੜੇ ਕੰਮ ਉਹਨਾਂ ਨੂੰ ਵੀ ਤੁਸੀਂ ਐਫੀਸ਼ੀਐਂਟਲੀ ਕੰਪਲੀਟ ਕਰ ਸਕਦੇ ਹੋ, ਠੀਕ ਹੈ। ਤੁਹਾਡੇ ਕੋਈ ਰਿਸਟ੍ਰਿਕਸ਼ਨ ਨਹੀਂ ਹੈਗੀ। ਅਤੇ ਦੂਜੀ ਚੀਜ਼ ਹੈਗੀ ਮੋਬਿਲਿਟੀ। ਮੋਬਿਲਿਟੀ ਦਾ ਮਤਲਬ ਇਹ ਹੋਇਆ ਕਿ ਇਹ ਕੋਈ ਲੋਕੇਸ਼ਨ ਸਪੈਸੀਫਿਕ ਚੀਜ਼ ਨਹੀਂ ਹੁੰਦੀ ਕਿ ਤੁਸੀਂ ਇੱਥੇ ਹੱਟੀ ਪਾ ਲਈ, ਇੱਥੇ ਦੁਕਾਨ ਪਾ ਲਈ, ਕਿ ਇਹਦੇ ਤੁਸੀਂ ਇੱਥੇ ਹੀ ਰਹਿਣਾ, ਉਹ ਪ੍ਰੋਫਿਟ ਜਾਵੇ ਜਾਂ ਲੋਸ ਜਾਵੇ, ਤੁਸੀਂ ਮੂਵ ਨਹੀਂ ਕਰ ਸਕਦੇ। ਤੁਸੀਂ ਉੱਥੇ ਪੈਸਾ ਲਾਤਾ, ਮੰਨ ਲਓ 5-7 ਲੱਖ ਰੁਪਇਆ ਲਗਾਤਾ, ਪਰ ਹੁਣ ਤੁਸੀਂ ਮੂਵ ਨਹੀਂ ਕਰ ਸਕਦੇ। ਕੱਲ੍ਹ ਨੂੰ ਤੁਹਾਨੂੰ ਪਤਾ ਲੱਗਦਾ ਯਾਰ ਇੱਥੇ ਤਾਂ ਮੈਂ ਖੋਲ੍ਹੀ ਹੈ, ਜਿਹੜਾ ਨਾਲ ਦੇ 2 ਕਿਲੋਮੀਟਰ ਦੂਰ ਉੱਥੇ ਨਵੀਆਂ ਮਾਰਕੀਟ ਬਣੀ, ਉੱਥੇ ਆਬਾਦੀ ਵੀ ਜ਼ਿਆਦਾ, ਉੱਥੇ ਬਿਜ਼ਨਸ ਜ਼ਿਆਦਾ ਹੋ ਸਕਦਾ, ਪਰ ਤੁਸੀਂ ਮੂਵ ਕਿੱਦਾਂ ਕਰੋਗੇ ਉੱਥੇ, ਠੀਕ ਹੈ। ਤੁਸੀਂ ਸਾਰਾ ਬਿਜ਼ਨਸ ਬੰਦ ਕਰਕੇ ਉੱਥੇ ਜਾਓਗੇ, ਤੁਸੀਂ ਰਿਸਕ ਲੈਣਾ ਚਾਹੋਗੇ ਕਿ ਉੱਥੇ ਚੱਲੇਗਾ ਜਾਂ ਨਹੀਂ ਚੱਲੇਗਾ। ਇਹ ਜਿਹੜਾ ਪੈਸਾ ਇੱਥੇ ਆਲਰੇਡੀ ਲਾਇਆ ਇੰਟੀਰੀਅਰ 'ਤੇ ਸਭ ਕੁਛ ਸੈਟਅਪ, ਇਹਨੂੰ ਕੀ ਕਰਾਂਗੇ, ਲੀਜ਼ ਕੀਤੀ ਹੋਈ ਹੈ, ਠੀਕ ਹੈ। ਅਤੇ ਇਹ ਮੋਬਿਲਿਟੀ ਸਪੈਸੀਫਿਕ, ਇਹਦੇ ਵਿੱਚ ਫਰੀਡਮ ਕੀ ਹੈ, ਇੱਕ ਲੈਪਟਾਪ ਹੈਗਾ ਤੁਹਾਡਾ, ਤੁਸੀਂ ਕਿਤੇ ਵੀ ਮੂਵ ਕਰਦੇ ਆ, ਤੁਸੀਂ ਨਾਲ ਲੈਪਟਾਪ ਜਾਣਾ ਅਤੇ ਉੱਥੇ ਚਲਾਉਣਾ। ਹੁਣ ਮੈਂ ਕੈਨੇਡਾ ਵਿੱਚ ਰਹਿੰਦਾ, ਇਸ ਤੋਂ ਪਹਿਲਾਂ ਮੈਂ US ਵਿੱਚ ਵੀ ਸੀ। ਹੁਣ ਮੈਂ US 'ਚ ਆਪਣੇ ਕਈ ਪ੍ਰੋਜੈਕਟ ਕਰਦਾ ਹੁੰਦਾ ਸੀ। ਜੋ ਮੈਂ ਕੈਨੇਡਾ ਮੂਵ ਹੋ ਗਿਆ, ਮੈਨੂੰ ਕੋਈ ਫਰਕ ਨਹੀਂ ਪਿਆ। ਮੇਰੇ ਲਈ ਉਹੀ ਇੰਟਰਨੈਟ ਆ, ਉਹੀ ਵੈਬਸਾਈਟਾਂ, ਸਭ ਕੁਛ ਡਾਟਾ ਉਹੀ ਹੈ, ਮੈਂ ਇੱਥੋਂ ਕਰ ਰਿਹਾ। ਜਦੋਂ ਮੈਂ ਇਹੀ ਇੰਡੀਆ ਜਾਂਦਾ, ਮੈਂ ਲੈਪਟਾਪ ਲੈ ਜਾਂਦਾ, ਇੰਡੀਆ ਤੋਂ ਐਕਸੈਸ ਕਰਦਾ। ਮੈਂ ਇੰਗਲੈਂਡ ਗਿਆ, ਇੰਗਲੈਂਡ ਤੋਂ ਵੀ ਮੈਂ ਓਪਰੇਟ ਕਰਦਾ ਸੀ, ਕੋਈ ਫਰਕ ਹੀ ਨਹੀਂ ਪਿਆ। ਕੀ ਫਰਕ ਪਿਆ, ਰਾਈਟ। ਈਵਨ ਕਿ ਮੈਂ ਆਪਣੀ ਸੈਕਿੰਡ ਡਿਗਰੀ ਕੀਤੀ, ਸੈਕਿੰਡ ਡਿਗਰੀ ਅਮੈਰੀਕਨ ਯੂਨੀਵਰਸਿਟੀ ਸੀ, ਅਤੇ ਮੈਂ ਔਨਲਾਈਨ ਕੀਤੀ ਹੈ। ਮੈਂ ਕੈਨੇਡਾ 'ਚੋਂ ਕਰ ਰਿਹਾ ਸੀ, ਮੈਂ ਇੰਡੀਆ ਜਾਣਾ ਪਿਆ, ਇੰਡੀਆ ਤੋਂ ਕਰ ਰਿਹਾ ਸੀ, ਮੈਂ UK ਗਿਆ, UK ਤੋਂ ਵੀ ਮੈਨੇਜ ਕਰ ਰਿਹਾ ਸੀ, ਮੈਂ ਹਰ ਪਾਸੇ ਮੈਨੇਜ ਕਰ ਰਿਹਾ ਸੀ। ਦੈਟਸ ਬਿਊਟੀ ਆਫ ਇੰਟਰਨੈਟ, ਠੀਕ ਹੈ। ਕਿ ਤੁਹਾਡੇ 'ਤੇ ਕੋਈ ਲੋਕੇਸ਼ਨ, ਤੁਸੀਂ ਕੱਲ੍ਹ ਨੂੰ ਕਿਤੇ ਘੁੰਮਣ ਜਾਂਦੇ ਆ, ਕਿਤੇ ਛੁੱਟੀਆਂ 'ਤੇ ਜਾਂਦੇ ਆ, ਪਰ ਤੁਸੀਂ ਤੁਹਾਡਾ ਕੰਮ 24 ਘੰਟੇ ਚੱਲ ਰਿਹਾ, ਠੀਕ ਹੈ, ਅਤੇ ਤੁਹਾਡੇ 'ਤੇ ਕੋਈ ਰਿਸਟ੍ਰਿਕਸ਼ਨ ਹੀ ਨਹੀਂ ਹੈਗਾ। ਅਤੇ ਹੁਣ 24 ਘੰਟੇ ਵਾਲੀ ਗੱਲ ਹੋਏ ਕਿ ਜਿਵੇਂ ਫਰੀਡਮ ਆਫ ਟਾਈਮ ਨਾਲ ਇਹ ਵੀ ਰਿਲੇਟਡ ਹੈਗਾ ਕਿ ਤੁਸੀਂ ਇੱਕ ਬਿਜ਼ਨਸ ਖੋਲ੍ਹਤਾ, ਤੁਸੀਂ ਆਪ ਸੁੱਤੇ ਆ, ਜਾਗਦੇ, ਤੁਸੀਂ ਕਿਤੇ ਬਿਜ਼ੀ ਆ, ਪਰ ਤੁਹਾਡਾ ਬਿਜ਼ਨਸ ਚੱਲ ਰਿਹਾ। ਉਹ ਇੱਥੇ ਦਿਨ ਹੋਵੇ, ਰਾਤ ਹੋਵੇ, ਕੋਈ ਦੂਜੇ ਦੇਸ਼ ਵਿੱਚ ਦਿਨ ਹੈਗਾ, ਕਿਤੇ ਬਿਜ਼ਨਸ ਟਾਈਮ ਹੈ, ਕਿਤੇ ਆਫ ਹੈ, ਕਿਤੇ ਨਹੀਂ, ਕਿਤੇ ਨਾ ਕਿਤੇ ਤੁਹਾਡਾ ਬਿਜ਼ਨਸ ਐਕਟਿਵ ਹੈ, ਕਿਤੇ ਨਾ ਕਿਤੇ ਸੇਲ ਕਰ ਸਕਦਾ। ਜੇ ਗਲੋਬਲ ਬਿਜ਼ਨਸ ਬਣਾਇਆ ਹੈ ਤੁਸੀਂ, ਜੇ ਸਰਵਿਸਿਜ਼ ਸਾਰੇ ਪੈਸੇ ਪ੍ਰੋਵਾਈਡ ਕਰਦੇ। ਫੋਰ ਐਗਜ਼ਾਮਪਲ ਮੇਰਾ ਈਵੈਂਟ ਟਿਕਟ ਦਾ ਬਿਜ਼ਨਸ ਹੈ, ਅਤੇ ਹੁਣ ਈਵੈਂਟ 'ਚ ਯੂਰਪ 'ਚ ਸਾਡੇ ਨਾਲੋਂ 5-7 ਘੰਟੇ ਅੱਗੇ ਹੈ ਕੈਨੇਡਾ ਨਾਲੋਂ ਟਾਈਮ। ਅਤੇ ਉੱਥੇ ਜੇ ਕੋਈ ਸਵੇਰੇ ਉੱਠ ਕੇ ਖਰੀਦ ਲੈਂਦਾ, ਮੈਂ ਸੁੱਤਾ ਪਿਆ ਹੈਗਾ, ਪਰ ਉੱਥੇ ਮੇਰਾ ਬਿਜ਼ਨਸ ਚੱਲ ਰਿਹਾ, ਉੱਥੇ ਇਨਕਮ ਹੋ ਰਹੀ। ਇੰਗਲੈਂਡ 'ਚ ਕੋਈ ਖਰੀਦ ਲੈਂਦਾ, ਅਮਰੀਕਾ 'ਚ ਕੋਈ ਖਰੀਦ ਲੈਂਦਾ, ਮੈਂ ਆਪਣੇ ਵੈਕੇਸ਼ਨ 'ਚ ਬਿਜ਼ੀ ਹੈਗਾ, ਕੋਈ ਪਿੱਛੋਂ ਫਿਰ ਵੀ ਖਰੀਦੀ ਜਾਂਦਾ। ਮੈਨੂੰ ਹਰ ਟਾਈਮ ਪ੍ਰੈਜੈਂਟ ਐਕਟਿਵ ਹੋ ਕੇ ਰਹਿਣ ਦੀ ਲੋੜ ਨਹੀਂ ਹੈਗੀ, ਤਾਂ ਵਿਕੇਗਾ, ਇੱਦਾਂ ਦੀ ਕੋਈ ਗੱਲ ਨਹੀਂ ਹੈਗੀ, ਠੀਕ ਹੈ। ਹੁਣ ਨੈਕਸਟ ਹੈਗਾ ਇੰਡੀਪੈਂਡੈਂਸ। ਇੰਡੀਪੈਂਡੈਂਸ ਇੱਦਾਂ ਹੈ ਕਿ ਤੁਸੀਂ ਸੈਲਫ ਇੰਪਲੋਇਡ, ਠੀਕ ਹੈ। ਤੁਸੀਂ ਸੈਲਫ ਇੰਪਲੋਇਡ ਹੈਗੇ, ਤੁਸੀਂ ਆਪਣੇ ਹਿਸਾਬ ਨਾਲ ਟਾਈਮ ਹਰ ਚੀਜ਼ ਚੂਜ਼ ਕਰਨੀ। ਤੁਸੀਂ ਕਿਸੇ ਦੇ ਪੇ ਚੈੱਕ 'ਤੇ ਬੈਠ ਕੇ ਨਹੀਂ ਡਿਪੈਂਡ ਹੈਗੇ ਕਿ ਉਹ ਸੈਲਰੀ ਕਦੋਂ ਦੇਗਾ, ਕਿੰਨੀ ਦੇਗਾ, ਵਧਾਏਗਾ, ਘਟਾਏਗਾ, ਇੱਦਾਂ ਨਹੀਂ ਹੈ। ਤੁਸੀਂ ਇੱਕ ਵਾਰੀ ਕਨਸੈਪਟ ਲਰਨ ਕਰ ਲਿਆ, ਉਹਨੂੰ ਮਲਟੀਪਲ ਟਾਈਮ ਉਹੀ ਕਨਸੈਪਟ ਯੂਜ਼ ਕਰਨਾ, ਵਿੱਚ ਆਪਣੀਆਂ ਇਨੋਵੇਸ਼ਨ, ਆਪਣੀ ਐਬਿਲਿਟੀ, ਆਪਣੀ ਨਵੀਆਂ ਨੌਲੇਜ ਇੰਪਲੀਮੈਂਟ ਕਰਨੀ ਉਹਦੇ 'ਤੇ,
ਅਤੇ ਬੇਸ ਉਹੀ ਚੀਜ਼ਾਂ ਕਿ ਇੱਕ ਵੈਬਸਾਈਟ ਬਣਾਉਣੀ, ਉਹਦੇ 'ਚ ਸਰਵਿਸਿਜ਼ ਪਾਤੀਆਂ, ਇੱਕ ਸਰਵਿਸ ਪਾਈ, ਦੂਜੇ 'ਚ ਦੂਜੀ ਪਾਤੀ, ਤੀਜੇ 'ਚ ਤੀਜੀ ਪਾਤੀ, ਅਤੇ ਉਹ ਜਿਹੜੀ ਸਰਵਿਸਿਜ਼ ਹੈਗੀਆਂ ਉਹਨੇ ਐਕਟਿਵ ਹੋ ਜਾਣਾ, ਉਹਨੇ ਬਿਜ਼ਨਸ ਉਹਦੇ ਵਿੱਚ ਹੋ ਜਾਣਾ। ਇਹ ਤੁਹਾਡਾ ਆਪਣਾ ਬਿਜ਼ਨਸ ਹੈ, ਤੁਸੀਂ ਕਿਸੇ 'ਤੇ ਬੇਸ 'ਤੇ ਰਿਸਟ੍ਰਿਕਟਡ ਨਹੀਂ ਹੈਗੇ, ਤੂੰ ਆਹ ਨਹੀਂ ਕਰ ਸਕਦਾ, ਤੂੰ ਇੰਨੇ ਵਜੇ ਆਉਣਾ, ਤੂੰ ਆਹ ਕਿਉਂ ਨਹੀਂ ਕੀਤਾ, ਜਾਂ ਕਿਉਂ ਨਹੀਂ ਆਹ ਕੀਤਾ, ਜਾਂ ਨਹੀਂ ਕੀਤਾ, ਜਾਂ ਗਲਤ ਕੀਤਾ, ਜਾਂ ਠੀਕ ਹੈ। ਤੁਸੀਂ ਆਪਣੀ ਪਰਫੋਰਮੈਂਸ ਆਪ ਤੈਅ ਕਰਨੀ ਹੈ ਕਿ ਤੁਸੀਂ ਕਰਨਾ ਕੀ ਚਾਹੁੰਦੇ ਆ, ਕਿੰਨਾ ਕਰਨਾ ਚਾਹੁੰਦੇ ਆ, ਕਿੰਨੀ ਇਨਪੁਟ ਪਾਉਣਾ ਚਾਹੁੰਦੇ ਆ, ਕਿੰਨਾ ਟਾਈਮ ਕੰਟਰੀਬਿਊਟ ਕਰਨਾ ਚਾਹੁੰਦੇ ਆ, ਉਹਦੇ ਹਿਸਾਬ ਨਾਲ ਤੁਹਾਨੂੰ ਰਿਜ਼ਲਟ ਆਉਣੇ। ਤੁਸੀਂ ਇੰਡੀਪੈਂਡੈਂਟ ਹੋ ਕੰਪਲੀਟਲੀ। ਇਹ ਹੈਗੀ ਇੰਟਰਨੈਟ ਬਿਜ਼ਨਸ ਦੀ ਬਿਊਟੀ। ਹੁਣ ਉਸ ਤੋਂ ਇਲਾਵਾ ਇਹ ਹੈ ਕਿ ਓਪਰਚੁਨਿਟੀਜ਼ ਦੀ ਗੱਲ ਇਹ ਹੈ ਕਿ ਸਾਰਾ ਵਰਲਡ ਤੁਹਾਡੇ ਲਈ ਖੁੱਲ੍ਹਾ ਹੋਇਆ। ਤੁਸੀਂ ਇੰਡੀਆ ਵਿੱਚ ਬਹਿ ਕੇ ਤੁਸੀਂ ਅਮਰੀਕਾ 'ਚ ਬਿਜ਼ਨਸ ਕਰ ਸਕਦੇ ਆ, ਤੁਸੀਂ ਕੈਨੇਡਾ 'ਚ ਬਿਜ਼ਨਸ ਕਰ ਸਕਦੇ ਆ, ਤੁਸੀਂ ਪੂਰੀ ਦੁਨੀਆ ਲਈ ਬਿਜ਼ਨਸ ਕਰ ਸਕਦੇ ਆ, ਤੁਸੀਂ ਸਿਰਫ ਯੂਰਪ ਲਈ ਬਿਜ਼ਨਸ ਕਰ ਸਕਦੇ, ਤੁਸੀਂ ਸਿਰਫ ਇੰਡੀਆ ਲਈ ਬਿਜ਼ਨਸ ਕਰ ਸਕਦੇ ਆ, ਜਾਂ ਪੂਰੇ ਵਰਲਡ ਲਈ ਬਿਜ਼ਨਸ ਕਰ ਸਕਦੇ ਆ। ਤੁਸੀਂ ਇਹ ਪੂਰੇ ਵਰਲਡ ਦੀ ਓਪਰਚੁਨਿਟੀ ਤੁਹਾਡੇ ਸਾਹਮਣੇ ਹੈ। ਠੀਕ ਹੈ, ਇਹ ਕੋਈ ਇਹ ਨਹੀਂ ਹੈਗਾ ਕਿ ਤੁਸੀਂ ਇੱਕ ਸਪੈਸੀਫਿਕ ਜਗ੍ਹਾ 'ਤੇ ਲੋਕੇਸ਼ਨ 'ਤੇ ਇੱਕ ਏਰੀਆ ਵਿੱਚ ਦੁਕਾਨ ਖੋਲ੍ਹ ਲਈ, ਉਸ ਏਰੀਆ ਵਿੱਚ ਜਿਹੜੇ ਬੰਦੇ ਹੈਗੇ ਆ ਉਹੀ ਤੁਹਾਡੇ ਕਸਟਮਰ ਹੈ। ਇੱਦਾਂ ਨਹੀਂ ਹੈਗਾ, ਪੂਰੀ ਦੁਨੀਆ ਦੇ ਕਸਟਮਰ ਨਾਲ ਤੁਹਾਡੇ ਅੱਗੇ ਵਾਸਟ ਮਾਰਕੀਟ ਪਈ। ਠੀਕ ਹੈ, ਤਕਰੀਬਨ 3 ਬਿਲੀਅਨ ਤੋਂ ਜ਼ਿਆਦਾ ਲੋਕ ਇੰਟਰਨੈਟ 'ਤੇ ਆ। ਉਹ ਸਾਰਿਆਂ ਵਿੱਚ ਜਿਹੜੇ ਹੈਗੇ ਆ, ਉਹਨਾਂ ਵਿੱਚ ਤੁਹਾਡੇ ਜਿਹੜੇ ਕਸਟਮਰ, ਜਿਹੜੀ ਤੁਹਾਡੀ ਸਰਵਿਸ ਪ੍ਰੋਵਾਈਡ ਕਰਨ ਦੀ ਰਿਕੁਆਇਰਮੈਂਟ ਹੈ, ਤੁਸੀਂ ਕਿਸੇ ਨੂੰ ਵੀ ਪ੍ਰੋਵਾਈਡ ਕਰ ਸਕਦੇ ਹੋ। ਤੁਸੀਂ ਉਸ ਹਿਸਾਬ ਨਾਲ ਆਪਣਾ ਸੈਟਅਪ ਤਿਆਰ ਕਰ ਸਕਦੇ ਆ, ਉਸ ਲੈਵਲ ਦੀ ਸਰਵਿਸ ਪ੍ਰੋਵਾਈਡ ਕਰ ਸਕਦੇ ਆ। ਤੁਸੀਂ ਆਪਣੀ ਮਾਰਕੀਟ ਆਪ ਚੂਜ਼ ਕਰ ਸਕਦੇ ਆ, ਤੁਸੀਂ ਆਪਣੀ ਆਡੀਅੰਸ ਆਪ ਚੂਜ਼ ਕਰ ਸਕਦੇ ਆ। ਠੀਕ ਹੈ, ਇਹ ਕੋਈ ਇੱਕ ਸਪੈਸੀਫਿਕ ਏਰੀਆ ਜਾਂ ਉੱਥੇ ਏਰੀਆ ਲੈਟਸ ਸੇ, ਜਿਵੇਂ ਤੁਸੀਂ ਫੋਰ ਐਗਜ਼ਾਮਪਲ ਜੇ ਪੰਜਾਬ 'ਚ ਬੈਠੇ, ਪੰਜਾਬ 'ਚ ਜਲੰਧਰ ਇੱਕ ਵੱਡਾ ਸ਼ਹਿਰ ਹੈ, ਜੇ ਉਹਦੀ ਜਗ੍ਹਾ ਛੋਟਾ ਸ਼ਹਿਰ ਕਪੂਰਥਲਾ ਥੋੜ੍ਹਾ ਛੋਟਾ ਸ਼ਹਿਰ ਹੈ ਜੀ, ਅਤੇ ਇਹ ਇੱਦਾਂ ਨਹੀਂ ਹੈਗਾ ਤੁਸੀਂ ਕਪੂਰਥਲੇ ਕੀ ਤੁਸੀਂ ਇੱਕ ਪਿੰਡ ਵਿੱਚ ਬਹਿ ਕੇ ਵੀ ਬਿਜ਼ਨਸ ਕੀਤਾ, ਤੁਹਾਡੇ ਲਈ ਉਹੀ ਮਾਰਕੀਟ ਆ। ਭਾਵੇਂ ਤੁਸੀਂ ਜਲੰਧਰ 'ਚ ਬਹਿ ਕੇ ਕੀਤਾ, ਭਾਵੇਂ ਜਲੰਧਰ ਦੇ ਨਾਲ ਪਿੰਡ 'ਚ ਬਹਿ ਕੇ ਕੀਤਾ, ਤੁਹਾਡੇ ਲਈ ਪੂਰੀ ਮਾਰਕੀਟ ਹੈ। ਤੁਸੀਂ ਬਿਹਾਰ 'ਚੋਂ ਕਰ ਰਹੇ ਹੋ, ਤੁਸੀਂ ਬੰਬੇ ਤੋਂ ਕਰ ਰਹੇ ਹੋ, ਡਜ਼ਨਟ ਮੈਟਰ। ਇਹ ਨਹੀਂ ਹੈਗਾ ਕਿ ਬੰਬੇ ਵਾਲਾ ਕੋਈ ਜ਼ਿਆਦਾ ਓਪਰਚੁਨਿਟੀ, ਨੋ, ਤੁਹਾਡੇ ਕੋਲ ਵੀ ਉਨੀ ਹੀ ਓਪਰਚੁਨਿਟੀ ਹੋਏਗੀ। ਤੁਸੀਂ ਉਹੀ ਮਾਰਕੀਟ ਵਿੱਚ ਉਹ ਬਿਜ਼ਨਸ ਕਰ ਰਹੇ ਹੋ, ਉਹੀ ਮਾਰਕੀਟ 'ਚ ਤੁਸੀਂ ਬਿਜ਼ਨਸ ਕਰ ਰਹੇ ਹੋ, ਉਨੇ ਕੀ ਪੈਸਿਆਂ ਵਿੱਚ ਕਰ ਰਹੇ ਹੋ। ਸੋ ਇਹ ਕੋਈ ਓਪਰਚੁਨਿਟੀ ਕਿੰਨੀ ਹੈ ਇਹਦੇ ਵਿੱਚ, ਓਪਰਚੁਨਿਟੀ ਦੀ ਮੈਂ ਗੱਲ ਕਰ ਰਿਹਾ ਸੀ। ਅਤੇ ਅਗਲਾ ਨੈਕਸਟ ਹੈਗਾ ਪੈਸ਼ਨ ਹੈਗਾ ਕਿ ਬੇਸਿਕਲੀ ਤੁਸੀਂ ਕੀ ਪਸੰਦ ਕਰਦੇ, ਤੁਹਾਨੂੰ ਕੀ ਕਰਨਾ ਪਸੰਦ ਹੈ, ਤੁਸੀਂ ਉਸ ਚੀਜ਼ ਦਾ ਬਿਜ਼ਨਸ ਕਰ ਸਕਦੇ ਹੋ। ਤੁਸੀਂ ਕਿਸੇ ਵੀ ਤਰ੍ਹਾਂ ਦਾ ਬਿਜ਼ਨਸ ਕਰ ਸਕਦੇ ਹੋ, ਪਰ ਜੇ ਤੁਸੀਂ ਮੈਜੋਰਟੀ ਆਫ ਟਾਈਮ, ਜਿਵੇਂ ਆਪਾਂ ਦੇਖਿਆ ਕਿ ਮੰਨ ਲਓ ਕਿ ਕਈ ਆਪਾਂ ਇੰਜੀਨੀਅਰ ਵੀ, ਮੈਂ ਇੰਜੀਨੀਅਰਿੰਗ ਕੀਤੀ ਹੈ, ਪਰ ਉਹ ਬੈਂਕਾਂ ਵਿੱਚ ਕਈ ਵਾਰ ਲੱਗੇ ਹੁੰਦੇ ਆ, ਜਾਂ ਇੰਜੀਨੀਅਰ ਲੱਗੇ ਵੀ ਆ ਪਰ ਉਹਨਾਂ ਦਾ ਪੈਸ਼ਨ ਨਹੀਂ ਹੈ, ਉਹਨਾਂ ਨੇ ਇੰਜੀਨੀਅਰਿੰਗ ਕੀਤੀ ਕਿਉਂਕਿ ਉਹ ਸੋਸ਼ਲੀ ਵਧੀਆ ਰਿਕੋਗਨਾਈਜ਼ੇਬਲ ਹੈ, ਘਰ ਦੇ ਚਾਹੁੰਦੇ ਸੀ ਸਾਇੰਸ ਡਿਗਰੀ ਕਰਨੀ, ਜਾਂ ਉਹਨੇ ਵੀ ਸੋਚਿਆ ਕਿ ਮੇ ਬੀ ਸਟੇਬਲ ਹੋਏਗਾ, ਪਰ ਉਹ ਰੀਅਲੀ ਖੁਸ਼ ਹੈਗਾ ਇੰਜੀਨੀਅਰ ਬਣ ਕੇ। ਔਰ ਮੇ ਬੀ ਉਹੀ ਜੇ ਮੰਨ ਲਓ ਕੰਪਿਊਟਰ ਇੰਜੀਨੀਅਰ, ਉਹਨੂੰ ਕੰਪਿਊਟਰ ਇੰਜੀਨੀਅਰ ਨਹੀਂ ਯਾਰ ਮਕੈਨੀਕਲ ਵਧੀਆ ਸੀ, ਜਾਂ ਮਕੈਨੀਕਲ ਨਹੀਂ ਉਹ ਕਹਿੰਦਾ ਸੀ ਕੈਮੀਕਲ ਵਧੀਆ ਇੰਜੀਨੀਅਰ, ਜਾਂ ਐਰੋਸਪੇਸ ਇੰਜੀਨੀਅਰ ਵਧੀਆ। ਇਹਦੇ ਵਿੱਚ ਤੁਸੀਂ ਆਪਣਾ ਪੈਸ਼ਨ ਚੂਜ਼ ਕਰ ਸਕਦੇ ਹੋ। ਪੈਸ਼ਨ ਵਿੱਚ ਫੋਰ ਐਗਜ਼ਾਮਪਲ ਜੇ ਤੁਹਾਨੂੰ ਜਿੰਮ ਜਾਣ ਦਾ ਬੜਾ ਸ਼ੌਂਕ ਹੈ, ਜਾਂ ਤੁਸੀਂ ਹੈਲਥ ਜਾਂ ਫਿਟਨੈਸ 'ਚ ਬੜਾ ਆਪਣਾ ਧਿਆਨ ਰੱਖਦੇ, ਤੁਸੀਂ ਸ਼ੇਪ, ਬੋਡੀ, ਮਸਲ ਇੱਧਰ ਵੱਲ ਧਿਆਨ ਦਿੰਦੇ, ਤੁਸੀਂ ਉਹਦੇ ਨਾਲ ਦੀ ਇਨਫੋਰਮੇਸ਼ਨ ਪਾਉਣਾ ਸ਼ੁਰੂ ਕਰ ਦਿਓ, ਉਹਦੇ ਨਾਲ ਦੇ ਸਰਵਿਸਿਜ਼ ਦੇਣੀਆਂ ਸ਼ੁਰੂ ਕਰ ਦਿਓ, ਅਤੇ ਜਿਹਦੇ ਨਾਲ ਤੁਹਾਡੀ ਆਪਣੀ ਨੌਲੇਜ ਤਾਂ ਵਧਦੀ ਹੈ, ਪਲੱਸ ਤੁਹਾਡੇ ਫੋਲੋਅਰ ਵੀ ਵਧੇ, ਤੁਸੀਂ ਹੋਰਾਂ ਦੀ ਵੀ ਨੌਲੇਜ ਸਪੈਂਡ ਕਰ ਰਹੇ, ਅਤੇ ਪਲੱਸ ਮਨੀ ਬਣਾ ਰਹੇ। ਠੀਕ ਹੈ, ਬਜਾਏ ਇਹਦੇ ਕਿ ਤੁਸੀਂ ਮਨੀ ਭਾਵੇਂ ਉਨੀ ਬਣਾਓ, ਪਰ ਇੱਦਾਂ ਦੇ ਕੰਮ ਤੋਂ ਬਣਾ ਰਹੇ ਜਿਹਦੇ 'ਚ ਤੁਹਾਨੂੰ ਇੰਟਰਸਟ ਨਹੀਂ ਆ। ਪਰ ਤੁਸੀਂ ਇੰਟਰਨੈਟ 'ਤੇ ਤੁਸੀਂ ਇੱਦਾਂ ਦੇ ਕੰਮ ਤੋਂ ਵੀ ਬਿਜ਼ਨਸ ਬਣਾ ਰਹੇ ਜਿਹਦੇ ਵਿੱਚ ਤੁਹਾਨੂੰ ਇੰਟਰਸਟ ਹੈਗਾ। ਠੀਕ ਹੈ, ਤੁਸੀਂ ਹੈਲਥ ਐਂਡ ਫਿਟਨੈਸ 'ਚ ਚੱਲ ਜਾਓ, ਜੇ ਮੰਨ ਲਓ ਤੁਸੀਂ ਐਕਟਰ ਵਧੀਆ, ਤੁਸੀਂ ਐਕਟਿੰਗ ਵਿੱਚ ਉਹਦੀਆਂ ਸਰਵਿਸਿਜ਼ ਦੇ ਸਕਦੇ ਆ। ਜੇ ਮੰਨ ਲਓ ਕਿ ਤੁਸੀਂ ਟੈਲੀਕਮਿਊਨੀਕੇਸ਼ਨ ਵਗੈਰਾ 'ਚ ਬੜਾ ਇੰਟਰਸਟ ਹੈ, ਉਹਦੇ 'ਚ ਕਰ ਸਕਦੇ ਹੋ। ਤੁਹਾਨੂੰ ਸਾਇੰਸ 'ਚ ਇੰਟਰਸਟ ਹੈ, ਤੁਸੀਂ ਉਹਦੇ ਨਾਲ ਰਿਲੇਟਡ ਸਰਵਿਸਿਜ਼ ਦੇ ਸਕਦੇ ਹੋ। ਤੁਹਾਨੂੰ ਟੀਚਿੰਗ ਚੰਗੀ ਲੱਗਦੀ, ਤੁਸੀਂ ਟੀਚਿੰਗ ਕਰਨੀ ਸ਼ੁਰੂ ਕਰ ਦਿਓ। ਇਹ ਹੈਗੀ ਬਿਊਟੀ ਇੰਟਰਨੈਟ ਬਿਜ਼ਨਸ ਦੀ। ਠੀਕ ਹੈ, ਤੁਸੀਂ ਆਪਣੇ ਪੈਸ਼ਨ ਦੇ ਹਿਸਾਬ ਨਾਲ ਕੰਮ ਕਰ ਸਕਦੇ ਹੋ। ਜਿਵੇਂ ਇੱਕ ਬਹੁਤ ਫੇਮਸ ਸਲੋਗਨ ਹੈ ਕਿ ਤੁਸੀਂ ਆਪਣਾ ਫੇਵਰੇਟ ਕੰਮ ਜੇ ਤੁਸੀਂ ਕਰੋਗੇ, ਤੁਹਾਨੂੰ ਕਦੀ ਵੀ ਜ਼ਿੰਦਗੀ 'ਚ ਕੰਮ ਕਰਨ ਦੀ ਲੋੜ ਨਹੀਂ ਪਏਗੀ, ਕਿਉਂਕਿ ਉਹ ਕੰਮ ਨਹੀਂ ਹੋਏਗਾ ਤੁਹਾਡੇ ਲਈ, ਉਹ ਤੁਹਾਡੀ ਹੋਬੀ ਹੋਏਗੀ, ਤੁਹਾਡਾ ਇੰਟਰਸਟ ਹੋਏਗਾ, ਤੁਸੀਂ ਉਹਦੇ ਕਰ ਰਹੇ ਹੋ, ਨਾਲ ਤੁਹਾਡੇ ਇੰਟਰਸਟ ਲਈ ਦੁਨੀਆ ਤੁਹਾਨੂੰ ਪੈਸੇ ਪੇ ਕਰ ਰਹੀ ਹੈ। ਇਹ ਹੈਗਾ ਪੈਸ਼ਨ, ਇਹ ਬਿਊਟੀ ਆਫ ਇੰਟਰਨੈਟ ਹੈ। ਹੁਣ ਨੈਕਸਟ ਕਨਸੈਪਟ ਹੈਗਾ ਇੰਪੈਕਟ।
ਇਹਦੇ ਵਿੱਚ ਉਹੀ ਗੱਲ ਹੈ ਕਿ ਤੁਸੀਂ ਇਹਦੇ ਵਿੱਚ ਜਿੱਦਾਂ ਦੀ ਸਰਵਿਸਿਜ਼ ਪ੍ਰੋਵਾਈਡ ਕਰਕੇ ਜਿਹੜੀ ਮਰਜ਼ੀ ਲੈਵਲ ਵੱਡੇ ਮਾਰਕੀਟ ਨੂੰ ਇੰਪੈਕਟ ਕਰ ਸਕਦੇ ਆ, ਉੱਥੇ ਆਪਣਾ ਇਨਫਲੂਐਂਸ ਛੱਡ ਸਕਦੇ ਆ, ਤੁਹਾਡੇ ਫੋਲੋਅਰ ਮਿਲੀਅਨ ਫੋਲੋਅਰ ਬਣ ਸਕਦੇ ਆ, ਜਾਂ ਤੁਹਾਡੇ ਕਸਟਮਰ ਫੋਲੋਅਰ ਮਿਲੀਅਨਸ ਆਫ ਮਿਲੀਅਨ ਬਣ ਸਕਦੇ ਹੈਗੇ। ਠੀਕ ਹੈ, ਇਹਦੇ ਵਿੱਚ ਕੋਈ ਉਹੀ ਗੱਲ ਹੈ ਨਾ ਕਿ ਇੱਕ ਸਪੈਸੀਫਿਕ ਲੋਕੇਸ਼ਨ 'ਤੇ ਇੱਕ ਥੋੜ੍ਹੇ ਜਿਹੜੇ ਉਸ ਮਾਰਕੀਟ ਜਾਂ ਉਸ ਲੋਕੇਸ਼ਨ ਨਾਲ ਜੁੜਨ ਵਾਲੇ ਬੰਦੇ ਉਹਦੇ ਨੇੜੇ ਤੇੜੇ ਰਹਿੰਦੇ ਉਹੀ ਨਹੀਂ ਹੈਗੇ। ਇਹ ਪੂਰੀ ਦੁਨੀਆ ਤੁਹਾਡੀ ਹੈ, ਇਹ ਤੁਹਾਡੇ 'ਤੇ ਡਿਪੈਂਡ ਹੈ ਤੁਸੀਂ ਕਿਸ ਲੈਵਲ ਤੱਕ ਪਹੁੰਚਣਾ, ਕਿਸ ਲੈਵਲ ਤੱਕ ਇੰਪੈਕਟ ਕਰਨਾ। ਠੀਕ ਹੈ, ਹੁਣ ਇਹਦੇ ਤੋਂ ਇਲਾਵਾ ਇੱਕ ਹੈਗਾ ਪੈਸਿਵ ਇਨਕਮ, ਜਿਹੜੀ ਮੇਨ ਚੀਜ਼ ਹੈ। ਹੁਣ ਪੈਸਿਵ ਇਨਕਮ ਇਹਦੇ ਵਿੱਚੋਂ ਇੱਕ ਤਾਂ ਫਲੈਕਸੀਬਿਲਿਟੀ ਬੜੀ ਹੈ, ਇੰਡੀਪੈਂਡੈਂਸ ਹੈ, ਤੁਸੀਂ ਆਪਣੇ ਪੈਸ਼ਨ ਵਿੱਚ ਸਟਾਰਟ ਕਰੇ ਹਰ ਚੀਜ਼। ਅਤੇ ਦੂਸਰਾ ਇਹ ਇੱਦਾਂ ਦੀ ਚੀਜ਼ ਨਹੀਂ ਹੈਗੀ ਕਿ ਤੁਸੀਂ 100% ਫੁੱਲ ਟਾਈਮ ਇਹਦੇ 'ਤੇ ਬੈਠੇ ਰਹਿਣਾ। ਇਹ ਇੱਦਾਂ ਦੀ ਹੈ ਤੁਸੀਂ 4 ਚੀਜ਼ਾਂ ਹੋਰ ਕਰਦੇ ਪਏ ਆ, ਪਲੱਸ ਇਹ ਵੀ ਸਾਈਡ ਬਾਈ ਸਾਈਡ ਕਰਨਾ, ਭਾਵੇਂ ਵੀਕਲੀ 2-3 ਘੰਟੇ ਲਾ ਕੇ ਮੈਨੇਜ ਕੀਤਾ ਜਾਂ ਐਵਰੀ ਡੇ 2-3 ਘੰਟੇ ਲਾ ਕੇ ਮੈਨੇਜ ਕੀਤਾ। ਜੇ ਇੱਕ ਦਿਨ ਨਹੀਂ ਕਰ ਸਕੇ ਤੁਸੀਂ ਦੂਜੇ ਦਿਨ ਜ਼ਿਆਦਾ ਟਾਈਮ ਲਾ ਕੇ ਕਰਤਾ। ਜੇ ਨਹੀਂ ਵੀ ਹੋਇਆ, ਡਿਪੈਂਡ ਔਨ ਦਾ ਰਿਕੁਆਇਰਮੈਂਟ, ਤੁਸੀਂ ਆਪਣੀ ਐਡਜਸਟਮੈਂਟ ਕਰ ਸਕਦੇ ਟਾਈਮ ਦੀ। ਠੀਕ ਹੈ, ਅਤੇ ਇਹ ਪੈਸਿਵ ਇਨਕਮ ਹੈ। ਫਿਰ ਵੀ ਇਹ ਸਾਈਡ ਇਨਕਮ, ਭਾਵੇਂ ਤੁਸੀਂ ਇਹਦੇ ਵਿੱਚ ਜ਼ਿਆਦਾ ਕਮਾ ਲਓ ਪਰ ਇਹ ਸਾਈਡ ਇਨਕਮ ਹੈ। ਫੋਰ ਐਗਜ਼ਾਮਪਲ ਮੇਰੀ ਈਵੈਂਟ ਟਿਕਟ ਦੀਆਂ ਬੜੀਆਂ ਸਾਰੀਆਂ ਵੈਬਸਾਈਟ ਹੈਗੀਆਂ। ਠੀਕ ਹੈ, ਜੇ ਮੇਰੀ ਜਗ੍ਹਾ ਦੁਕਾਨਾਂ ਖੋਲ੍ਹੀਆਂ ਹੋਣ, ਮੈਂ ਸਾਰਿਆਂ 'ਤੇ ਕਿੰਨਾ ਟਾਈਮ ਸਪੈਂਡ ਕਰਨਾ ਪਵੇ, ਪਰ ਮੈਂ ਈਵੈਂਟ ਟਿਕਟ ਦੀਆਂ ਡਿਫਰੈਂਟ ਵੈਬਸਾਈਟ ਖੋਲ੍ਹੀਆਂ ਜਿਨ੍ਹਾਂ ਨੂੰ ਮੈਨੂੰ ਐਵਰੀ ਡੇ ਦੇਖਣ ਦੀ ਲੋੜ ਨਹੀਂ ਪੈਂਦੀ, ਵਨਸ ਇਨ ਅ ਵੀਕ, ਮੇ ਬੀ ਵਨਸ ਇਨ ਅ ਮੰਥ, ਜਾਂ ਜਿਹੜੀ ਮੇਨ ਚੀਜ਼ ਆ ਉਹਦੇ 'ਤੇ ਮੈਂ ਐਵਰੀ ਡੇ ਦੇਖਦਾ, ਘੰਟਾ ਲਾਇਆ, ਅੱਧਾ ਘੰਟਾ ਲਾਇਆ, 2 ਘੰਟੇ ਲਾਇਆ, ਜੇ ਟਾਈਮ ਹੈਗਾ ਭਾਵੇਂ ਸਾਰਾ ਦਿਨ ਬੈਠੇ ਰਹੇ। ਇਹ ਮੇਰੇ 'ਤੇ ਡਿਪੈਂਡ ਹੈ। ਪਰ ਉਹਦੀ ਜਗ੍ਹਾ ਨਾਲ ਮੈਂ ਜਿਹੜੀ ਜੋਬ ਕਰਦਾ ਸੀਗਾ ਉਹਦੇ 'ਤੇ ਮੈਂ ਜ਼ਿਆਦਾ ਟਾਈਮ ਮੇਰਾ ਸਪੈਂਡ, ਇਨਕਮ ਘੱਟ ਹੁੰਦੀ ਹੈ ਪਰ ਟਾਈਮ ਜ਼ਿਆਦਾ ਲੱਗਦਾ ਸੀਗਾ। ਠੀਕ ਹੈ, ਫਿਰ ਉੱਥੇ ਆਉਣਾ ਜਾਣਾ, ਉਹਦੇ ਲਈ ਪਾਰਕਿੰਗ ਪਾਸ, ਉਹਦੇ ਲਈ ਗੈਸ ਖਰਚਣੀਆਂ, ਸਾਰੇ ਡਰਾਮੇ। ਠੀਕ ਹੈ, ਅਤੇ ਉਹਦੀ ਦੂਸਰੀ ਜਗ੍ਹਾ ਕੀ ਆ, ਮੈਂ ਉਹ ਇੱਦਾਂ ਦਾ, ਉਹ ਮੇਰਾ ਪੈਸ਼ਨ ਹੈ, ਮੈਂ ਦੇਖ ਰਿਹਾ ਭਾਵੇਂ ਮੈਂ ਸਾਰਾ ਦਿਨ ਸਪੈਂਡ ਕਰਾਂ, ਬਟ ਮੈਨੂੰ ਐਵਰੀ ਡੇ ਦੇਖਣਾ, ਮੈਂ ਘੰਟਾ ਅੱਧਾ ਘੰਟਾ ਇੱਕ ਵਾਰੀ ਦੇਖ ਲਿਆ, ਮੈਨੇਜ ਐਵਰੀਥਿੰਗ ਇਜ਼ ਓਕੇ, ਕੋਈ ਹੈ ਤਾਂ ਨਹੀਂ, ਕੁਛ ਨਵਾਂ ਕੀ ਹੈ, ਕਿਹੜਾ ਨਵਾਂ ਇਵੈਂਟ ਆਇਆ, ਦੇਖ ਕੇ ਡਨ, ਆਈ ਡਨ। ਅਤੇ ਇਹ ਹੈਗੀ ਭਾਵੇਂ ਪੈਸਿਵ ਇਨਕਮ ਹੈ, ਪਰ ਆਈ ਐਮ ਮੇਕਿੰਗ ਮੋਰ ਮਨੀ, ਜ਼ਿਆਦਾ ਮੈਂ ਪੈਸੇ ਕਮਾ ਰਿਹਾ ਦੈਨ ਜਿਹੜੀ ਮੇਰੀ ਰੈਗੂਲਰ, ਜਿਹਦੇ 'ਤੇ ਮੈਂ ਜ਼ਿਆਦਾ ਟਾਈਮ ਸਪੈਂਡ ਕਰ ਰਿਹਾ ਅਤੇ ਜ਼ਿਆਦਾ ਐਫਰਟ ਦੇ ਰਿਹਾ। ਇਹ ਬਿਊਟੀ ਆਫ ਇੰਟਰਨੈਟ ਹੈ। ਦੇਖੋ ਇਹ ਜਿਹੜੇ ਬੈਨੀਫਿਟ ਹੈ ਨਾ, ਅਨਲਿਮਿਟਡ ਹੈ, ਤੁਸੀਂ ਜਿੰਨੇ ਮਰਜ਼ੀ ਕਾਊਂਟ ਕਰ ਲਓ, ਜਿੰਨੇ ਮਰਜ਼ੀ ਇਹਦੇ 2 ਘੰਟੇ ਅਸੀਂ ਡਿਸਕਸ਼ਨ ਕਰੀਏ। ਕਹਿਣ ਦਾ ਮਤਲਬ ਕੀ ਹੈਗਾ ਕਿ ਮੈਂ ਪੰਜਾਬੀਆਂ ਵਿੱਚ ਚਾਹੁੰਦਾ ਕਿ ਮੇਰਾ ਪਰਸਨਲੀ ਮੈਨੂੰ ਲੱਗਦਾ ਕਿ ਵੈਰੀ ਅਨਫੋਰਚੂਨੇਟਲੀ ਇਹ ਆਪਣੇ ਪੰਜਾਬੀ ਜਿਹੜੇ ਬੰਦੇ ਆ ਇੱਕ ਸਪੈਸੀਫਿਕ ਪੈਟਰਨ ਦੇ ਬਹੁਤ ਤੁਰੇ ਰਹਿੰਦੇ ਆ। ਮੈਂ ਇਹ ਨਹੀਂ ਕਹਿੰਦਾ ਕਿ ਉਹ ਗਲਤ ਹੈ ਪੈਟਰਨ, ਮੈਂ ਇਹ ਕਹਿੰਦਾ ਬਟ ਸਾਨੂੰ ਨਵੀਆਂ ਚੀਜ਼ਾਂ ਵੀ ਟਰਾਈ ਕਰਨੀਆਂ ਚਾਹੀਦੀਆਂ ਅਤੇ ਹਾਲਾਤ ਦੇ ਹਿਸਾਬ ਨਾਲ ਚੇਂਜ ਹੋਣਾ ਚਾਹੀਦਾ। ਹੁਣ ਤੁਸੀਂ ਦੇਖ ਸਕਦੇ ਆ ਕਿ ਇੱਕ ਟਾਈਮ ਸੀ ਜਦੋਂ ਇੰਡੀਆ ਵਿੱਚ ਜਿਹੜਾ ਫੂਡ ਸਟੱਫ ਵਗੈਰਾ ਇੰਨਾ ਨਹੀਂ ਸੀਗਾ, ਮਤਲਬ ਆਪਣਾ ਜਿਹੜੇ ਅਨਾਜ ਵਗੈਰਾ ਭੰਡਾਰ ਦੀ ਕਮੀ ਸੀ। ਜਦੋਂ ਆਜ਼ਾਦ ਹੋਇਆ ਸੀ ਥੋੜ੍ਹੇ ਸਾਲਾਂ ਬਾਅਦ, ਕੁਝ ਸਾਲ ਬਾਅਦ, ਫਿਰ ਕੀ ਹੋਇਆ, ਇੱਕ ਗ੍ਰੀਨ ਰੈਵੋਲਿਊਸ਼ਨ ਆਇਆ। ਉਹ ਰੈਵੋਲਿਊਸ਼ਨ 'ਚ ਕੀ ਹੋਇਆ ਕਿ ਆਪਣੇ ਪੰਜਾਬੀਆਂ ਨੇ ਉਸ ਚੀਜ਼ 'ਤੇ ਫੋਕਸ ਕੀਤਾ ਅਤੇ ਉਹਦੇ ਵਿੱਚ ਇੰਨੀ ਗਰੋਥ ਹੋਈ ਕਿ ਆਪਾਂ ਪੂਰੇ ਇੰਡੀਆ ਵਿੱਚ ਫੂਡ ਸਪਲਾਈ ਕਰਨੀ ਸ਼ੁਰੂ ਕਰਤੀ। ਸਾਡੇ ਕੋਲ ਮਾਰਕੀਟ ਸੀਗੀ, ਉਹ ਰਿਕੁਆਇਰਮੈਂਟ ਸੀ ਟਾਈਮ ਦੀ, ਅਤੇ ਉਸ ਟਾਈਮ ਦੀ ਰਿਕੁਆਇਰਮੈਂਟ ਨੂੰ ਅਸੀਂ ਯੂਜ਼ ਕੀਤਾ ਅਤੇ ਅਸੀਂ ਬਹੁਤ ਅਮੀਰ ਸੂਬਾ ਬਣ ਗਏ। ਠੀਕ ਹੈ, ਹੁਣ ਉਹਦੇ ਤੋਂ ਇਲਾਵਾ ਹੁਣ ਕੀ ਹੈ ਕਿ ਹੁਣ ਕਿਉਂਕਿ ਨਵੀਂ ਐਗਰੀਕਲਚਰ ਟੈਕਨੋਲੋਜੀ ਆ ਗਈ ਹੈਗੀ ਹੈ ਅਤੇ ਨਵੀਂ ਡਿਵੈਲਪਮੈਂਟ ਲੋਕਾਂ ਦੀ ਨੌਲੇਜ ਹੋ ਰਹੀ ਹੈ ਅਤੇ ਗੌਰਮੈਂਟ ਵੀ ਸਟਰੋਂਗ ਹੋ ਰਹੀ ਹੈ, ਉਹ ਨੌਲੇਜ ਸਪਰੈਡ ਕਰ ਰਹੀ ਹੈ, ਅਸਿਸਟ ਕਰ ਰਹੀ ਹੈ ਸਾਰਿਆਂ ਨੂੰ। ਅਤੇ ਹੁਣ ਐਗਰੀਕਲਚਰ ਜਿਹੜਾ ਹੋਰ ਪਾਸੇ ਵੀ ਸਾਰੇ ਸਪਰੈਡ ਹੋਣਾ ਸ਼ੁਰੂ ਹੋ ਗਿਆ। ਅਤੇ ਜਿਹੜੀ ਪੰਜਾਬ, ਇਸੇ ਕਾਰਨ ਪੰਜਾਬ ਦੀ ਜਿਹੜੀ ਰਿਚਨੈਸ ਸੀ, ਥੋੜ੍ਹੀ ਕਲਚਰਲ ਰਿਚਨੈਸ ਦੀ ਗੱਲ ਨਹੀਂ ਕਰ ਰਿਹਾ ਮੈਂ, ਫਾਈਨੈਂਸ਼ੀਅਲੀ ਰਿਚ ਦੀ ਗੱਲ ਕਰ ਰਿਹਾ ਕਿ ਉਹ ਥੋੜ੍ਹੀ ਘੱਟ ਗਈ। ਠੀਕ ਹੈ, ਅਤੇ ਫੈਕਟਰੀਆਂ ਉਹ ਦੂਜੇ ਪਾਸੇ ਜਾਣਾ ਪਈਆਂ ਕਿਉਂਕਿ ਫੈਕਟਰੀਆਂ ਜਿਹੜੀਆਂ ਹੈਗੀਆਂ ਉਹ ਬਿਜ਼ਨਸ ਮਾਈਂਡਡ ਬੰਦੇ ਆ, ਉਹ ਓਪਰਚੁਨਿਟੀ ਦੇ ਕਿੱਥੇ ਬੈਟਰ ਹੋਵੇ, ਉਹਨਾਂ ਨੂੰ ਦੂਸਰੀ ਸਟੇਟ ਵਿੱਚ ਓਪਰਚੁਨਿਟੀਆਂ ਮਿਲਣੀਆਂ ਸ਼ੁਰੂ ਹੋਈਆਂ, ਉੱਧਰ ਮੂਵ ਕਰ ਗਏ। ਠੀਕ ਹੈ, ਉੱਥੇ ਰਿਪੀਟ। ਹੁਣ ਅਸੀਂ ਕਿੱਥੇ ਰਹਿ ਗਏ ਹਾਂ, ਅਸੀਂ ਐਗਰੀਕਲਚਰ, ਸਾਡੀ ਫਾਈਨੈਂਸ਼ੀਅਲ ਜਿਹੜੇ ਸੈਟਅਪ ਸੀ, ਜਿਹੜੀ ਰਿਚਨੈਸ ਸੀ, ਉਹ ਤਾਂ ਡਮਾਡੋਲ ਹੋ ਗਈ ਕਿਉਂਕਿ ਅਸੀਂ ਐਗਰੀਕਲਚਰ ਦੇ ਬੇਸ 'ਤੇ ਪਹੁੰਚ ਸੀਗੇ। ਅਸੀਂ ਫੈਕਟਰੀਆਂ, ਹੁਣ ਗੁਜਰਾਤ ਵਗੈਰਾ ਸਾਈਡ ਸਾਊਥ ਵਿੱਚ ਇੱਧਰ ਫੈਕਟਰੀਆਂ ਬਹੁਤ ਹੈ। ਠੀਕ ਹੈ, ਤਾਂ ਕਰਕੇ ਉਹ ਗਰੋ ਕਰ ਰਹੀਆਂ। ਹੁਣ ਸਾਡੇ ਕੋਲ ਆਪਸ਼ਨ ਕੀ ਸੀ, ਅਸੀਂ ਬਾਹਰ ਆਉਣਾ, ਦੂਜਾ ਆਪਸ਼ਨ ਕੀ ਰਹਿ ਗਿਆ, ਬਾਹਰ ਆਉਣਾ। ਠੀਕ ਹੈ, ਫਿਰ ਅਸੀਂ ਹੁਣ ਸਾਰਿਆਂ ਨੇ ਬਾਹਰ ਆਉਣਾ ਜ਼ਰੂਰੀ ਕਿਉਂਕਿ ਉੱਥੇ ਓਪਰਚੁਨਿਟੀਜ਼ ਨਹੀਂ ਹੈਗੀਆਂ। ਮੈਂ ਵੀ ਇਸੇ ਕੰਡੀਸ਼ਨਾਂ ਵਿੱਚ ਆਇਆ, ਇਹੀ ਸਾਰਿਆਂ ਵਾਸਤੇ ਇਹੀ ਰਿਐਲਿਟੀ ਹੈ। ਪਰ ਹੁਣ ਜਦੋਂ ਬਾਹਰ ਵੀ ਆਉਣਾ ਆਪਾਂ ਜਾਂ ਕਿਤੇ ਵੀ ਆਉਣਾ ਅਤੇ ਆਪਾਂ ਹੋਰ ਵੀ ਓਪਰਚੁਨਿਟੀ ਦੇਖੀ, ਇਹ ਨਹੀਂ ਕਿ ਅਸੀਂ ਬਾਹਰ ਆ ਜਾਣਾ ਅਤੇ ਸਭ ਕੁਝ ਠੀਕ ਹੋ ਜਾਣਾ। ਇੱਥੇ ਆ ਕੇ ਵੀ ਸਾਨੂੰ ਜ਼ੀਰੋ ਤੋਂ ਸਟਾਰਟ ਉਹੀ ਸਾਰੇ ਕੰਮ ਸਭ ਕੁਝ ਕਰਨਾ ਪੈਂਦਾ ਇੱਥੇ ਵੀ।
ਤੇ ਇੱਥੇ ਆ ਕੇ ਵੀ ਲੋਕ ਲੱਭਦੇ ਆ ਕਿ ਸਾਨੂੰ ਵੀ ਹੋਰ ਓਪਰਚੁਨਿਟੀਜ਼ ਮਿਲਣ। ਤੇ ਇੱਥੇ ਇੰਟਰਨੈਟ ਬਿਜ਼ਨਸ ਵੀ ਇੱਥੇ ਵੀ ਗਰੋ ਹੋ ਰਿਹਾ। ਕੱਲ੍ਹ ਨੂੰ ਤੁਸੀਂ ਇੰਡੀਆ ਵਿੱਚ ਕੋਈ ਪੰਜਾਬ ਵਿੱਚ ਕੁਛ ਸਟਾਰਟ ਕਰਕੇ ਆਉਂਦੇ ਆ, ਤੇ ਜੇ ਤੁਹਾਨੂੰ ਪ੍ਰੋਫਿਟ ਹੋਣਾ ਸ਼ੁਰੂ ਹੋ ਜਾਂਦਾ, ਤੁਸੀਂ ਇੱਥੇ ਆ ਕੇ ਉਹੀ ਚੀਜ਼ ਨੂੰ ਮੈਨੇਜ ਕਰ ਸਕਦੇ ਹੋ। ਸਪੈਸ਼ਲੀ ਮੈਂ ਸਟੂਡੈਂਟ ਲਈ ਗੱਲ ਕਰਨਾ ਚਾਹੁੰਦਾ। ਤੁਸੀਂ ਸਿਰਫ ਇਸ ਚੀਜ਼ 'ਤੇ ਨਾ ਬੈਠੋ ਕਿ ਅਸੀਂ ਕੈਨੇਡਾ ਪਹੁੰਚ ਜਾਵਾਂਗੇ, ਜੇ ਤੁਸੀਂ ਆਉਣਾ ਵੀ ਹੈ ਕਿ ਕੈਨੇਡਾ ਪਹੁੰਚਾਂਗੇ ਸਭ ਕੁਝ ਠੀਕ ਹੋ ਜਾਏਗਾ, ਨਹੀਂ। ਇੱਥੇ ਆ ਕੇ ਪਹਿਲਾਂ ਪੈਸੇ ਖਰਚਣੇ ਪੈਂਦੇ, ਅਤੇ ਇੱਥੇ ਵੀ ਫਾਈਨੈਂਸ਼ੀਅਲੀ ਤੁਹਾਨੂੰ ਸਟਰਗਲ ਕਰਨਾ ਪੈਂਦਾ, ਕੰਮ ਕਰਨਾ ਪੈਂਦਾ, ਸਭ ਕੁਝ। ਤੁਸੀਂ ਇੰਡੀਆ ਵਿੱਚ ਜਿੰਨੀ ਦੇਰ ਵਿਹਲੇ ਆ, ਜਿੰਨੀ ਦੇਰ ਤੁਸੀਂ ਵੇਟ ਕਰਦੇ ਜਾਂ ਪ੍ਰੈਪਰੇਸ਼ਨ ਕਰ ਰਹੇ ਆ ਇੱਥੇ ਬਾਹਰ ਆਉਣ ਲਈ, ਉਨੀ ਦੇਰ ਤੁਸੀਂ ਇੱਕ ਸਾਈਡ 'ਤੇ ਕੁਛ ਇੱਦਾਂ ਦੀਆਂ ਚੀਜ਼ਾਂ ਲਰਨ ਕਰਨਾ ਸ਼ੁਰੂ ਕਰਤਾ। ਹੌਲੀ ਹੌਲੀ ਛੋਟਾ ਮੋਟਾ ਕੁਛ ਬਿਜ਼ਨਸ ਸਟਾਰਟ ਕਰੋ, ਇੰਟਰਨੈਟ ਬਿਜ਼ਨਸ, ਅਤੇ ਜਿਹੜਾ ਜੇ ਚੱਲ ਪਏ ਤਾਂ ਤੁਹਾਨੂੰ ਇੱਥੇ ਬੈਠੇ ਕੈਨੇਡਾ 'ਚ ਉਹ ਇਨਕਮ ਦੇ ਸਿਰ 'ਤੇ ਤੁਸੀਂ ਆਪਣੇ ਆਪ ਨੂੰ ਮੈਨੇਜ ਕਰ ਸਕਦੇ, ਅਸਿਸਟੈਂਸ ਮਿਲ ਜਾਂਦੀ ਫਾਈਨੈਂਸ਼ੀਅਲ, ਤੁਸੀਂ ਗਰੋ ਕਰ ਸਕਦੇ ਈਜ਼ੀਲੀ। ਬਜਾਏ ਇਹਦੇ ਕਿ ਤੇ ਇੱਥੇ ਆ ਕੇ ਫੁੱਲ ਟਾਈਮ ਤੁਸੀਂ ਜੋਬਾਂ ਜ਼ੀਰੋ ਤੋਂ ਲੱਭਦੇ ਵੀ ਹੈਗੇ ਆ, ਅਤੇ ਉਹਦੇ 'ਤੇ ਡਿਪੈਂਡ ਹੈ, ਅਤੇ ਇੰਨਾ ਖਰਚਾ ਕਰਕੇ ਆਏ ਆ। ਅਤੇ ਇੱਦਾਂ ਮਤਲਬ ਸਾਡੇ ਕੋਲ ਬਹੁਤ ਸਾਰੇ ਐਨ ਨੰਬਰ ਆਫ ਰੀਜ਼ਨ ਹੈ ਕਿ ਸਾਨੂੰ ਇੰਟਰਨੈਟ ਬਿਜ਼ਨਸ 'ਚ ਕਿਉਂ ਇਨਵੋਲਵ ਹੋਣਾ ਚਾਹੀਦਾ ਹੈ। ਠੀਕ ਹੈ, ਅਤੇ ਹੁਣ ਇਹ ਟਾਈਮ ਆ ਗਿਆ ਕਿ ਆਪਾਂ ਪੰਜਾਬੀਆਂ ਨੂੰ ਨਵੇਂ ਵੇ ਨਾਲ ਸੋਚੀਏ ਅਤੇ ਨਵੀਂ ਓਪਰਚੁਨਿਟੀਜ਼ ਨੂੰ ਗ੍ਰੈਬ ਕਰੀਏ, ਅਤੇ ਉੱਥੇ ਆਪਾਂ ਵਰਕਆਊਟ ਕਰਨਾ ਸ਼ੁਰੂ ਕਰੀਏ। ਠੀਕ ਹੈ, ਸਿਰਫ ਐਗਰੀਕਲਚਰ ਨਾਲ ਕੁਛ ਨਹੀਂ ਗੱਲ ਬਣਨੀ ਹੈਗੀ, ਜਾਂ ਫੈਕਟਰੀਆਂ ਵਿੱਚ ਜਾਂ ਜੋਬਾਂ ਲੱਭ ਕੇ, ਜਾਂ ਗੌਰਮੈਂਟ ਦੀਆਂ ਜੋਬਾਂ ਲੱਭ ਕੇ ਆਪਾਂ ਸੋਚਦੇ ਹਾਂ ਤਰੱਕੀ ਕਰੀਏ, ਇੱਦਾਂ ਕੁਛ ਨਹੀਂ ਹੋਣਾ। ਅਤੇ ਨਾ ਹੀ ਸਾਰਾ ਪੰਜਾਬ ਉੱਠ ਕੇ ਬਾਹਰ ਆ ਸਕਦਾ। ਜਿਹੜੇ ਯੰਗ ਹੈ, ਸਟੂਡੈਂਟ ਲੈਵਲ ਦੇ ਹੈਗੇ, ਉਹਨਾਂ ਦੀ ਫੈਮਿਲੀ 'ਚ ਹੈਗਾ, ਜਾਂ ਉਹਨਾਂ ਨੂੰ ਕੋਈ ਇੰਟਰਸਟ ਹੁੰਦਾ, ਉਹ ਤਾਂ ਆ ਜਾਣਗੇ। ਪਰ ਕੀ ਗੱਲ, ਹਰ ਕੋਈ ਆ ਜਾਏਗਾ ਬਾਹਰ? ਹਰ ਕੋਈ ਬਾਹਰ ਨਹੀਂ ਆ ਸਕਦਾ। ਹਰ ਕੋਈ ਸਰਕਾਰੀ ਨੌਕਰੀ ਲੈ ਲਏਗਾ, ਹਰ ਕੋਈ ਸਰਕਾਰੀ ਨੌਕਰੀ ਨਹੀਂ ਲੈ ਸਕਦਾ। ਅਤੇ ਬਿਊਟੀ ਕੀ ਹੈ, ਤੁਸੀਂ ਸਾਈਡ 'ਤੇ ਕੁਛ ਨਾ ਕੁਛ ਉਹ ਚੀਜ਼ ਨਾ ਕਰੋ ਜਿੱਥੇ ਤੁਹਾਡਾ ਰਿਸਕ ਘੱਟ ਹੋਵੇ, ਫਲੈਕਸੀਬਿਲਿਟੀ ਜ਼ਿਆਦਾ ਹੋਵੇ, ਅਤੇ ਤੁਹਾਡੇ ਕਰੰਟ ਜਿਹੜਾ ਸਿਚੁਏਸ਼ਨ ਜਾਂ ਪੈਸ਼ਨ ਜਾਂ ਉਹਨੂੰ ਅਫੈਕਟ ਨਾ ਕਰਦਾ ਕਰੰਟ ਜੋਬ ਜਾਂ ਜੋ ਵੀ ਕਰੀਅਰ। ਅਤੇ ਉਹਦੇ ਵਿੱਚ ਬੈਸਟ ਚੀਜ਼ ਕੀ ਹੈ? ਇੰਟਰਨੈਟ ਬਿਜ਼ਨਸ। ਅਤੇ ਤੁਸੀਂ ਇੰਟਰਨੈਟ ਬਿਜ਼ਨਸ ਬਾਰੇ ਥੋੜ੍ਹਾ ਸੀਰੀਅਸ ਹੋ ਕੇ ਸੋਚਣਾ ਸ਼ੁਰੂ ਕਰੋ, ਆਪਣੀ ਸਰਵਿਸਿਜ਼ ਉਹਦੇ ਬਾਰੇ ਕਰਨਾ ਸ਼ੁਰੂ ਕਰੋ। ਇੰਟਰਨੈਟ 'ਤੇ ਬਹੁਤ ਸਾਰੇ ਰਿਸੋਰਸਿਸ ਪਏ ਆ, ਉੱਥੋਂ ਲਰਨ ਕਰਨਾ ਸ਼ੁਰੂ ਕਰੋ। ਜੇ ਤੁਹਾਨੂੰ ਕੋਈ ਚਾਹੀਦਾ ਹੈਗਾ, ਕੁਛ ਤੁਹਾਡੇ ਦਿਮਾਗ 'ਚ ਕੋਈ ਆਈਡੀਆ, ਤੁਸੀਂ ਕਮੈਂਟ ਕਰਕੇ ਜਾਂ ਮੇਰੇ ਨਾਲ ਕਿਸ ਤਰ੍ਹਾਂ ਵੀ ਜਿਹੜੀਆਂ ਮੈਂ ਚੀਜ਼ਾਂ ਤੁਹਾਨੂੰ ਕੰਟੈਕਟ ਕਰਨ ਵਾਸਤੇ ਪ੍ਰੋਵਾਈਡ ਕਰ ਰਿਹਾ, ਈਮੇਲ ਵਗੈਰਾ, ਤੁਸੀਂ ਉੱਥੇ ਕੰਟੈਕਟ ਕਰਕੇ ਤੁਸੀਂ ਮੇਰੇ ਕੋਲੋਂ ਮੇਰੇ ਨਾਲ ਗੱਲਬਾਤ ਕਰ ਸਕਦੇ, ਮੇਰੇ ਨਾਲ ਡਿਸਕਸ ਕਰ ਸਕਦੇ ਹਾਂ। ਹੋ ਸਕਦਾ ਮੈਂ ਉਹਦੇ ਵਿੱਚ ਤੁਹਾਨੂੰ ਕੋਈ ਗਾਈਡ ਕਰ ਸਕਾਂ। ਠੀਕ ਹੈ, ਅਤੇ ਉਹਦੇ ਵਿੱਚ ਮੈਂ ਤੁਹਾਨੂੰ ਮੇਰੇ ਕੋਲ ਜਿਹੜੇ ਰਿਸੋਰਸਿਸ ਉਹ ਵੀ ਮੈਂ ਪ੍ਰੋਵਾਈਡ ਕਰ ਸਕਾਂ, ਕਿਉਂਕਿ ਮੈਂ ਇੰਨੇ ਸਾਲ ਹੋ ਗਏ ਇਹ ਚੀਜ਼ਾਂ ਕਰਦੇ। ਮੈਂ ਇਹ ਨਹੀਂ ਕਹਿੰਦਾ ਮੈਂ ਮਾਸਟਰ ਹੈ, ਨਾ ਹੀ ਮੈਂ ਮਾਸਟਰ ਬਣਨਾ ਚਾਹੁੰਦਾ, ਕਿਉਂਕਿ ਮਾਸਟਰ ਜਿਹੜਾ ਹੋ ਗਿਆ ਦੈਟ ਮੀਨਸ ਤੁਸੀਂ ਆਪਣਾ ਲਰਨਿੰਗ ਲੈਵਲ ਘਟਾਤਾ, ਤੁਸੀਂ ਆਪਣੇ ਆਪ ਨੂੰ ਮਾਸਟਰ ਸਮਝਣਾ। ਮੈਂ ਮਾਸਟਰ ਨਹੀਂ ਹੈਗਾ, ਬਟ ਹਾਂ ਮੈਂ ਕੁਛ ਸਾਲ ਸਪੈਂਡ ਕੀਤੇ ਆ, ਮੈਨੂੰ ਕੁਛ ਬੈਟਰ ਨੌਲੇਜ ਹੈ, ਇੱਕ ਫਰੈਸ਼ਮੈਨ ਨਾਲੋਂ ਜ਼ਿਆਦਾ ਬੈਟਰ ਨੌਲੇਜ ਹੈ, ਅਤੇ ਮੈਂ ਆਲਰੇਡੀ ਪੈਸੇ ਕਮਾ ਰਿਹਾ। ਅਤੇ ਸੋ ਮੈਂ ਚਾਹੁੰਦਾ ਕਿ ਤੁਸੀਂ ਵੀ ਕੁਛ ਇੱਦਾਂ ਦਾ ਕਰਕੇ ਤੁਹਾਨੂੰ ਵੀ ਫਾਇਦਾ ਹੋ ਸਕਦਾ। ਅਤੇ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ, ਤੁਸੀਂ ਕਮੈਂਟ ਕਰ ਸਕਦੇ ਹੋ, ਅਤੇ ਤੁਸੀਂ ਫੋਲੋ ਕਰਕੇ ਮੈਂ ਇੱਦਾਂ ਦੇ ਰਿਸੋਰਸਿਸ ਪਾਉਂਦਾ ਰਹੂੰਗਾ, ਜੋ ਵੀ ਇਨਫੋਰਮੇਸ਼ਨ ਹੈਗੀ ਹੈ, ਅਤੇ ਜਿਹੜੇ ਤੁਹਾਡੇ ਲਈ ਕਦੀ ਯੂਜ਼ਫੁਲ ਹੋ ਸਕਦੇ ਆ। ਅਤੇ ਬਾਕੀ ਇਨਫੋਰਮੇਸ਼ਨ ਜਿਹੜੀ ਵੀ ਯੂਜ਼ਫੁਲ ਇਨਫੋਰਮੇਸ਼ਨ ਹੋਏਗੀ, ਮੈਂ ਨੈਕਸਟ ਵੀਡੀਓ ਵਿੱਚ ਬਣਾਊਂਗਾ। ਜਦੋਂ ਵੀ ਮੈਨੂੰ ਕੋਈ ਯੂਜ਼ਫੁਲ ਇਨਫੋਰਮੇਸ਼ਨ ਮਿਲੇਗੀ ਮੈਂ ਪਾਊਂਗਾ, ਅਤੇ ਜੇ ਤੁਹਾਨੂੰ ਪਸੰਦ ਆਵੇ ਤਾਂ ਤੁਸੀਂ ਇਹਨੂੰ ਲਾਈਕ ਅਤੇ ਸ਼ੇਅਰ ਕਰ ਸਕਦੇ ਹੋ। ਬਾਏ ਫॉर ਨਾउ।